ਵੀ ਕਿਸੇ ਬੰਦੇ ਨੇ ਪੁੱਛਿਆ ਵੀ ਭਾਜੀ ਰਿਸੈਸ਼ਨ ਔਰ ਡਿਪਰੈਸ਼ਨ 'ਚ ਕੀ ਫ਼ਰਕ ਆ। ਤੇ ਮੈਂ ਕਿਹਾ ਜੀ ਜਦੋਂ ਤਾਂ ਜੌਬ ਤੁਹਾਡੇ ਪੜੋਸੀ ਦੀ ਚਲੀ ਜਾਂਦੀ ਆ ਫਿਰ ਰਿਸੈਸ਼ਨ ਆ, ਜਦੋਂ ਆਪ ਦੀ ਚਲੀ ਜਾ ਸਮਝੋ ਡਿਪਰੈਸ਼ਨ ਆ। ਅੱਜ ਹੀ ਮੈਂ ਸਵੇਰੇ ਸੁਣ ਰਿਹਾ ਸੀ ਇੱਕ ਰੇਡੀਓ ਤੇ ਕਿ ਫੂਡ ਬੈਂਕ ਦੇ ਨੰਬਰ ਜਿਹੜੇ ਨੇ ਇੰਨੇ ਵੱਧ ਗਏ ਨੇ, ਅੱਜ ਤੱਕ ਕੈਨੇਡਾ ਦੀ ਹਿਸਟਰੀ 'ਚ ਕਦੀ ਵੀ ਇੱਕ ਮਤਲਬ ਫੂਡ ਬੈਂਕ ਦੇ ਅੰਦਰ ਲੋਕ ਇੰਨੇ ਨਹੀਂ ਜਾਂਦੇ ਸੀ ਜਿੰਨੇ ਹੁਣ ਲਾਸਟ ਮੰਥ ਗਏ ਆ ਸਰ। ਸ਼ਮੀਲ ਜੀ, ਜਿਹੜੀ ਇਸ ਵਾਰੀ ਲੋਕੀ ਡਰ ਰਿਸੈਸ਼ਨ ਤੋਂ ਨਹੀਂ ਰਹੇ ਨਾ, ਉਹ ਡਰ ਰਹੇ ਨੇ ਫੀਲ ਗੁੱਡ ਫੈਕਟਰ ਤੋਂ, ਹਾਊਸਿੰਗ ਸੈਕਟਰ ਤੋਂ। ਹਾਊਸਿੰਗ ਸੈਕਟਰ ਦਾ ਜਿਹੜਾ ਪੇਨ ਹੈ ਇਹ ਲੰਬਾ ਟਾਈਮ ਰਹਿਣਾ ਹੈ। ਕਿ ਜਦੋਂ ਰਿਸੈਸ਼ਨ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ, ਸਾਰੇ ਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਖਰਚੇ ਘਟਾ ਲਓ, ਖਰਚੇ ਘਟਾ ਲਓ, ਖਰਚੇ ਘਟਾ ਲਓ ਜੀ। ਜਦੋਂ ਹੁਣ ਸਾਰੇ ਹੀ ਖਰਚੇ ਘਟਾਉਣੇ ਸ਼ੁਰੂ ਕਰ ਦੇਣਗੇ, ਸਾਰੇ ਹੀ ਆਪਣੇ ਕੋਈ ਖਰੀਦਣ ਦੇ ਜਿਹੜੇ ਡਿਸੀਜਨ ਨੇ ਉਹ ਪੋਸਟਪੋਨ ਕਰਨਾ ਸ਼ੁਰੂ ਕਰ ਦੇਣਗੇ, ਉਹ ਤੇ ਬਲਕਿ ਹੋਰ ਤੇਜ਼ ਹੋ ਜਾਏਗਾ। ਡਰ ਕਰਕੇ ਤੁਸੀਂ ਬਾਹਰ ਖਾਣਾ ਬੰਦ ਕਰ ਦਿੱਤਾ, ਡਰ ਕਰਕੇ ਤੁਸੀਂ ਬਹੁਤ ਸਾਰੀ ਐਕਟੀਵਿਟੀ ਬੰਦ ਕਰ ਦਿੱਤੀ, ਤਾਂ ਜਿੱਥੇ ਉਹ ਬਿਜ਼ਨਸ ਤੁਹਾਡੇ ਖਰਚੇ ਕਰਕੇ ਚੱਲਦੇ ਸੀ ਉਹ ਤਾਂ ਸਗੋਂ ਮਤਲਬ ਜਿੰਨੀ ਦੇਰ ਜੇ ਉਹਨਾਂ ਨੇ ਚੱਲਣਾ ਸੀ 6 ਮਹੀਨੇ ਠੀਕ ਹੋ ਤੇ ਪਹਿਲੇ ਮਹੀਨੇ 'ਚ ਹੀ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਜਾਣਗੇ। ਆਈ ਡੋਂਟ ਅੰਡਰਸਟੈਂਡ। ਮੇਰੇ ਕੋਲ ਆਪ ਡੀਜ਼ਲ ਦੀ ਕਾਰ ਹੈਗੀ ਆ, ਮੈਂ ਤੇ ਡੀਜ਼ਲ ਦੀ ਕਾਰ 4 ਸਾਲ ਪਹਿਲਾਂ ਇਸੇ ਸੋਚ ਕੇ ਲਈ ਸੀ ਵੀ ਡੀਜ਼ਲ ਸਸਤਾ ਹੁੰਦਾ ਆ, ਪਰ ਮੇਰੇ ਲੈਣ ਤੋਂ ਬਾਅਦ ਡੀਜ਼ਲ ਹੀ ਗੈਸ ਨਾਲੋਂ ਵੀ ਮਹਿੰਗਾ ਹੋ ਗਿਆ। ਇਕੋਨੋਮਿਸਟ ਵਾਸਤੇ ਇਹ ਇੱਕ ਟਰਮ ਹੈ, ਮੀਡੀਆ 'ਚ ਇਹ ਟਰਮ ਯੂਜ਼ ਹੁੰਦੀ ਹੈ, ਬੜੀਆਂ ਵੱਡੀਆਂ ਕੰਪਨੀਜ਼ ਉਹਦੇ ਲਈ ਦਾ ਕੋਈ ਮਤਲਬ ਹੁੰਦਾ ਹੈ, ਪਰ ਇੱਕ ਜਿਹੜਾ ਆਮ ਬੰਦਾ ਜੀ ਉਹਦੀ ਲਾਈਫ 'ਚ ਇਹ ਕਿਵੇਂ ਰਿਸੈਸ਼ਨ ਜਿਹੜਾ ਹੈ ਦਿਸਦਾ, ਕਿਵੇਂ ਆਪਾਂ ਇਹਨੂੰ ਦੇਖ ਸਕਦੇ ਕਿ ਆਮ ਬੰਦੇ ਲਈ ਰਿਸੈਸ਼ਨ ਦਾ ਕੀ ਮਤਲਬ ਹੈ। ਇੱਕ ਸਧਾਰਨ ਬੰਦਾ, ਕੋਈ ਜੌਬ ਕਰਨ ਵਾਲਾ ਹੈ, ਕੋਈ ਛੋਟਾ ਮੋਟਾ ਬਿਜ਼ਨਸ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸੈਲਫ ਇੰਪਲੋਇਡ ਹੈ ਜੀ, ਉੱਥੇ ਇਹ ਕਿਵੇਂ ਦਿਸਦਾ, ਉੱਥੇ ਰਿਸੈਸ਼ਨ ਦਾ ਕੀ ਮਤਲਬ ਹੁੰਦਾ? ਦੇਖੋ ਸਰ, ਰਿਸੈਸ਼ਨ ਔਰ ਇਨਫਲੇਸ਼ਨ ਦੇ ਗੋ ਹੈਂਡ ਇਨ ਹੈਂਡ ਵਿਦ ਈਚ ਅਦਰ। ਜਦੋਂ ਹੁਣ ਇਨਫਲੇਸ਼ਨ ਵੱਧਦੀ ਹੈ, ਨੈਚੁਰਲੀ ਗੱਲ ਹੈ ਕਿ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਹੁਣ ਅਨਐਮਪਲੋਇਮੈਂਟ ਰੇਟ ਬਹੁਤ ਲੋ ਹੈਗਾ ਆ, ਇਟਸ ਅ 40-year ਅਨਐਮਪਲੋਇਮੈਂਟ ਲੋ। ਐਟ ਦ ਸੇਮ ਟਾਈਮ ਇਸ ਵਾਰੀ ਜਿਹੜੀ ਦਿੱਕਤ ਹੈਗੀ ਆ ਕਿ ਸਪਲਾਈ ਚੇਨ ਦੀ ਵੀ ਦਿੱਕਤ ਹੈਗੀ ਆ, ਔਰ ਰਿਸੈਸ਼ਨ ਜਿਹੜਾ ਹੈ ਇਸ ਵੈਲ ਨੀਡਿਡ। ਜਿਸ ਤਰ੍ਹਾਂ ਕਿ ਸੈਂਟਰਲ ਬੈਂਕ ਦੇ ਗਵਰਨਰਸ ਮੰਨਦੇ ਨੇ, ਇਹ ਮੇਰਾ ਕਹਿਣਾ ਨਹੀਂ ਹੈ, ਕਿ ਰਿਸੈਸ਼ਨ ਦੀ ਲੋੜ ਹੈਗੀ ਆ। ਕਿਉਂ ਲੋੜ ਹੈ? ਕਿਉਂਕਿ ਇਹ ਜਿਹੜੀ ਮਹਿੰਗਾਈ ਆ, ਇਨਫਲੇਸ਼ਨ ਹੈ, ਜੇ ਇੱਕ ਵਾਰੀ ਇਹ ਪੱਕੀ ਬੱਸ ਗਈ, ਜਿਵੇਂ ਕਿ ਅਸੀਂ ਜਿਸ ਤਰ੍ਹਾਂ ਇੰਡੀਆ ਦੇਖਦੇ ਹਾਂ ਜਾਂ ਹੋਰ ਕਈ ਡਿਵੈਲਪਿੰਗ ਕੰਟਰੀਜ਼ ਨੇ, ਉੱਥੇ ਬੱਸ ਗਈ ਹੈ ਪੱਕੀ, ਉਹ ਮਹਿੰਗਾਈ ਜਿਹੜੀ ਹੈ ਉਹ ਜਾਂਦੀ ਹੀ ਨਹੀਂ ਉੱਥੋਂ। ਇਨਫਲੇਸ਼ਨ ਇਜ਼ ਦ ਬਿਗੈਸਟ ਈਵਲ। ਅਤੇ ਇਹ ਸੈਂਟਰਲ ਬੈਂਕਸ ਦੇ ਗਵਰਨਰਸ ਦਾ ਮੰਨਣਾ ਆ ਕਿ ਜੇ ਇਨਫਲੇਸ਼ਨ ਨੂੰ ਹੁਣ ਨਾ ਨਜਿੱਠਿਆ ਗਿਆ ਤੇ ਦਿਸ ਵਿਲ ਬੀ ਅ ਬਿਗਰ ਪ੍ਰੋਬਲਮ ਇਨ ਗੋਇੰਗ ਫੋਰਵਰਡ। ਇਸ ਕਰਕੇ ਜਿਹੜਾ ਹੈ ਉਹ ਇੰਟਰਸਟ ਰੇਟ ਵਧਾਉਣ ਤੇ ਵਾਜਿਦ ਨਹੀਂ। ਔਰ ਹਾਲਾਂਕਿ ਕੱਲ੍ਹ ਮੈਂ ਸਮਝਦਾ ਸੀ 75 ਬੇਸਿਸ ਪੁਆਇੰਟ ਵਧੂਗਾ, ਵਧਿਆ 50 ਬੇਸਿਸ ਪੁਆਇੰਟ ਹੈ, ਪਰ ਇਹਦਾ ਇਹ ਵੀ ਅਰਥ ਹੈਗਾ ਕਿ ਬੈਂਕ ਨੇ ਹਜੇ ਵੀ ਆਪਣੇ ਦਰਵਾਜ਼ੇ ਖੋਲ੍ਹ ਕੇ ਰੱਖੇ ਆ, ਮਤਲਬ ਦੇ ਡਿਡਨਟ ਪੁੱਟ ਅ ਪੌਜ਼ ਔਨ ਇਟ, ਦੇ ਸੈਡ ਇਟ ਕਿ ਦੇ ਵਿਲ ਬੀ ਵਾਚਿੰਗ ਦ ਡਾਟਾਸ। ਔਰ ਖੁਦ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਇਹ ਮੰਨਣਾ ਹੈਗਾ ਕਿ 4th ਕੁਆਰਟਰ ਜਿਹਦੇ 'ਚ ਅਸੀਂ ਹੁਣ ਹੈਗੇ ਹਾਂ, ਇਹਦੇ ਅੰਦਰ ਸਾਡੀ GDP ਜਿਹੜੀ ਆ ਉਹ 0% ਤੋਂ ਲੈ ਕੇ 0.5% ਗਰੋ ਕਰੇਗੀ। ਅਮੂਮਨ ਜਿਹੜੀ ਇਹਨਾਂ ਦੀ ਗਰੋਥ ਪ੍ਰੋਸਪੈਕਟਿੰਗ ਜਾਂ ਪ੍ਰੋਜੈਕਟਿੰਗ ਹੁੰਦੀ ਆ ਉਹ ਥੋੜ੍ਹੀ ਜਿਹੀ ਅਗਰੈਸਿਵ ਹੁੰਦੀ ਆ, ਅਤੇ ਜੇ ਖੁਦ ਬੈਂਕ ਆਫ ਕੈਨੇਡਾ 0% ਮੰਨ ਰਿਹਾ ਅਤੇ ਇਹਦਾ ਮਤਲਬ ਤੁਸੀਂ ਸਮਝੋ ਕਿ ਇਸ ਕੁਆਰਟਰ ਦੇ ਅੰਦਰ ਸਾਡੀ ਇਕਾਨਮੀ ਜਿਹੜੀ ਆ ਉਹ ਸ਼ਰਿੰਕ ਕਰੂਗੀ। ਜੇ ਇਸ ਕੁਆਰਟਰ ਸ਼ਰਿੰਕ ਕਰੂਗੀ ਔਰ ਨੈਕਸਟ ਕੁਆਰਟਰ ਵੀ ਸ਼ਰਿੰਕ ਕਰੂਗੀ, ਡੈਫੀਨੇਟਲੀ ਜਿਸ ਤਰ੍ਹਾਂ 2 ਕੁਆਰਟਰ ਲਗਾਤਾਰ GDP ਸ਼ਰਿੰਕ ਕਰਦੀ ਹੈ ਅਤੇ ਉਸ ਨੂੰ ਰਿਸੈਸ਼ਨ ਕਹਿ ਸਕਦੇ ਜੀ। ਦੇਖੋ ਇਹ ਤਾਂ ਹੈਗੇ ਨੇ ਨੰਬਰਸ ਜੀ, ਜਿਹੜੇ ਨੰਬਰਸ ਇਕੋਨੋਮਿਸਟ ਪੜ੍ਹਨ ਵਾਸਤੇ, ਕੋਟ ਕਰਨ ਵਾਸਤੇ ਅਖਬਾਰਾਂ 'ਚ, ਪਰ ਆਮ ਬੰਦੇ 'ਤੇ ਇਹਦਾ ਕੀ ਅਸਰ ਪੈਂਦਾ? ਆਮ ਬੰਦੇ ਇੱਕ ਲਾਈਟਰ ਮੋਡ 'ਚ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀ ਕਿਸੇ ਬੰਦੇ ਨੇ ਪੁੱਛਿਆ ਵੀ ਭਾਜੀ ਰਿਸੈਸ਼ਨ ਔਰ ਡਿਪਰੈਸ਼ਨ 'ਚ ਕੀ ਫ਼ਰਕ ਆ। ਅਤੇ ਮੈਂ ਕਿਹਾ ਜੀ ਜਦੋਂ ਤਾਂ ਜੌਬ ਤੁਹਾਡੇ ਪੜੋਸੀ ਦੀ ਚਲੀ ਜਾਂਦੀ ਆ ਫਿਰ ਰਿਸੈਸ਼ਨ ਆ, ਜਦੋਂ ਆਪ ਦੀ ਚਲੀ ਜਾ ਸਮਝੋ ਡਿਪਰੈਸ਼ਨ ਆ। ਮਤਲਬ ਕਿ ਇਹ ਇੱਕ ਰੈਲੇਟਿਵ ਟਰਮ ਹੈ ਸਰ। ਇਹ ਰਿਸੈਸ਼ਨ ਕਿਸੇ ਬੰਦੇ ਨੂੰ ਕਿਸ ਹੱਦ ਤੱਕ ਇਫੈਕਟ ਕਰਦਾ ਹੈ, ਡਿਪੈਂਡ ਕਰਦਾ ਤੁਸੀਂ ਕਿਸ ਖੇਤਰ 'ਚ ਹੈਗੇ ਆ। ਦੇਖੋ ਜੇ ਤੁਸੀਂ ਹੈਗੇ ਆ ਟੀਚਿੰਗ ਪ੍ਰੋਫੈਸ਼ਨ 'ਚ, ਇਟ ਡਜ਼ਨਟ ਅਫੈਕਟ ਯੂ ਐਟ ਆਲ। ਤੁਸੀਂ ਹੈਲਥ ਕੇਅਰ ਸੈਕਟਰ 'ਚ ਹੈ, ਇਟ ਡਜ਼ਨਟ ਅਫੈਕਟ ਯੂ ਐਟ ਆਲ। ਹਾਂ, ਜੇ ਤੁਸੀਂ ਹੁਣ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਲੋਕ ਮੋਸਟਲੀ ਟਰਾਂਸਪੋਰਟੇਸ਼ਨ ਸੈਕਟਰ 'ਚ ਹੈਗੇ ਨੇ, ਆਵਾਜਾਈ ਜਿਹੜੀ ਆ ਰੁਕ ਜਾਊਗੀ ਜਾਂ ਘੱਟ ਹੋ ਜਾਊਗੀ, ਰੁਕਣੀ ਤਾਂ ਨਹੀਂ ਗੀ, ਘੱਟ ਜਾਏਗੀ, ਅਤੇ ਨੈਚੁਰਲੀ ਗੱਲ ਹੈ ਟਰਾਂਸਪੋਰਟੇਸ਼ਨ ਸੈਕਟਰ ਸਭ ਤੋਂ ਪਹਿਲਾਂ ਇਹਦਾ ਅਸਰ ਪੈਂਦਾ ਹੈ ਜੀ।
ਔਰ ਇਸੇ ਕਰਕੇ ਤੁਸੀਂ ਦੇਖ ਰਹੇ ਆ ਸਾਡੇ ਟਰੱਕਿੰਗ ਪ੍ਰੋਫੈਸ਼ਨ ਦਾ ਜਿਹੜੇ ਆਪਣੇ ਵੀਰ ਹੈਗੇ ਨੇ ਉਹ ਦੱਸਦੇ ਨੇ ਵੀ ਕੰਮ ਸਲੋ ਹੋ ਗਿਆ ਆ। ਔਰ ਜਦੋਂ ਇਹ ਰਿਸੈਸ਼ਨ ਤੋਂ ਉੱਭਰ ਕੇ ਬਾਹਰ ਆਉਣਾ, ਸਭ ਤੋਂ ਪਹਿਲੇ ਟਰਾਂਸਪੋਰਟੇਸ਼ਨ ਸੈਕਟਰ ਬਾਹਰ ਆਉਂਦਾ ਹੈ। ਹਾਂ, ਟਰੈਵਲ, ਟੂਰਿਜ਼ਮ, ਐਂਟਰਟੇਨਮੈਂਟ, ਰੈਸਟੋਰੈਂਟਸ, ਇਹੋ ਜਿਹੀ ਇੰਡਸਟਰੀ ਜਿਹੜੀ ਆ ਉਹ ਕਾਫੀ ਹੱਦ ਤੱਕ ਇਫੈਕਟ ਹੁੰਦੀ ਹੈ ਜੀ। ਦੇਖੋ ਜਿਵੇਂ ਹੁਣ ਬੰਦਾ ਗਰੋਸਰੀ ਤੇ ਲੋਕਾਂ ਨੇ ਖਰੀਦਣੀ ਆ, ਬਿਲਕੁਲ ਜੀ। ਲੋਕਾਂ ਨੇ ਇੰਸ਼ੋਰੈਂਸ ਵੀ ਖਰੀਦਣੀ ਹੈ ਜੀ, ਘਰ ਵੀ ਖਰੀਦਣੇ ਨੇ ਜੀ। ਇਹ ਸਾਰੀ ਐਕਟੀਵਿਟੀ ਤੇ ਚੱਲਦੀ ਰਹਿੰਦੀ ਹੈ। ਘਰਾਂ ਦੀ ਖਰੀਦ ਜਿਹੜੀ ਮੈਂ ਸਮਝਦਾ ਜੀ ਥੋੜ੍ਹੀ ਜਿਹੀ ਸਲੋ ਹੋ ਜਾਂਦੀ ਹੈ। ਜਿਵੇਂ ਤੁਸੀਂ ਦੇਖ ਹੀ ਰਹੇ ਆ ਰੀਅਲ ਸਟੇਟ ਨੰਬਰਸ ਜਿਹੜੇ ਨੇ, ਬੇਸ਼ੱਕ ਪ੍ਰਾਈਸਿਸ ਵੀ ਘਟੇ ਨੇ, ਰੀਅਲ ਸਟੇਟ ਨੰਬਰ ਆਫ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਉਹ ਵੀ ਘਟੀਆਂ ਹੈਗੀਆਂ ਨੇ। ਦੂਸਰੀ ਗੱਲ ਹੈ ਜਿਹੜੀ ਬਿਗ ਆਈਟਮਸ, ਜਿਸ ਤਰ੍ਹਾਂ ਕਿਹਾ ਤੁਸੀਂ ਘਰ ਹੈਗੇ ਆ, ਕਾਰਾਂ ਹੈਗੀਆਂ, ਵੱਡੀ ਆਈਟਮਸ ਜਿਹੜੀਆਂ ਨੇ ਉਹਦੀ ਸੇਲ ਜਿਹੜੀ ਆ ਘਟ ਜਾਂਦੀ ਆ। ਲਗਜ਼ਰੀ ਗੁੱਡਸ ਦੀ ਜਿਹੜੀ ਸੇਲ ਆ ਉਹ ਘਟ ਜਾਂਦੀ ਆ। ਲੇਕਿਨ ਗਰੋਸਰੀ ਦੇ ਅੰਦਰ ਵੀ ਜਿਹੜੇ ਲੋਕ ਕੋਈ ਚੀਜ਼ ਬ੍ਰਾਂਡਡ ਚੀਜ਼ ਲੈਂਦੇ ਹੁੰਦੇ ਆ ਉਹ ਜੈਨਰਿਕ ਬ੍ਰਾਂਡ 'ਤੇ ਆ ਜਾਂਦੇ ਆ, ਅਤੇ ਜਿਹੜੇ ਕਈ ਵਿਚਾਰੇ ਜੈਨਰਿਕ ਬ੍ਰਾਂਡ 'ਤੇ ਨੇ ਉਹ ਤੁਸੀਂ ਦੇਖੋ। ਅੱਜ ਹੀ ਮੈਂ ਸਵੇਰੇ ਸੁਣ ਰਿਹਾ ਸੀ ਇੱਕ ਰੇਡੀਓ 'ਤੇ ਕਿ ਫੂਡ ਬੈਂਕ ਦੇ ਨੰਬਰ ਜਿਹੜੇ ਨੇ ਇੰਨੇ ਵੱਧ ਗਏ ਨੇ, ਅੱਜ ਤੱਕ ਕੈਨੇਡਾ ਦੀ ਹਿਸਟਰੀ 'ਚ ਕਦੀ ਵੀ ਇੱਕ ਮਤਲਬ ਫੂਡ ਬੈਂਕ ਦੇ ਅੰਦਰ ਲੋਕ ਇੰਨੇ ਨਹੀਂ ਜਾਂਦੇ ਸੀ ਜਿੰਨੇ ਹੁਣ ਲਾਸਟ ਮੰਥ ਗਏ ਆ ਸਰ। ਅਤੇ ਤੁਸੀਂ ਜਿਵੇਂ ਕਿਹਾ ਕਿ ਕੁਛ ਥਾਵਾਂ ਦੇ ਉੱਤੇ ਹੋਏਗਾ ਕਿ ਤੁਹਾਡੀਆਂ ਜੌਬਸ ਜਾਣ ਦੀ ਨੌਬਤ ਵੀ ਆ ਸਕਦੀ ਹੈ ਜਾਂ ਬਿਜ਼ਨਸ ਬੰਦ ਹੋਣ ਦੀ ਨੌਬਤ ਵੀ ਜਾ ਸਕਦੀ। ਕਿਹੜੇ ਕੁਛ ਸੈਕਟਰ 'ਤੇ ਜੇ ਆਪਾਂ ਫੋਕਸ ਕਰ ਲਈਏ ਜ਼ਿਆਦਾ ਜਿਹੜੇ ਖਤਰੇ ਵਾਲੇ ਸੈਕਟਰ ਨੇ? ਐਂਟਰਟੇਨਮੈਂਟ ਹੈ ਜੀ, ਟਰੈਵਲ ਟੂਰਿਜ਼ਮ ਹੈ, ਇਹ ਥੀਸ ਆਰ ਦੀ ਬਿਜ਼ਨਸਿਸ ਮੋਸਟ ਅਫੈਕਟਡ ਹੁੰਦੇ ਨੇ। ਜਿੱਥੇ ਵੀ ਲਗਜ਼ਰੀਜ਼ ਐਕਸਪੈਂਸਿਸ ਨੇ, ਲਗਜ਼ਰੀ ਗੁੱਡਸ ਨੇ, ਜਿੱਥੇ ਉਹ ਜ਼ਿਆਦਾ ਇਫੈਕਟ ਹੋਣਗੇ ਸਰ। ਪਰ ਇਹ ਵੀ ਹੈ ਨਾ ਨਾਲ ਫਿਰ ਕਿ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਯੈਸ, ਐਬਸੋਲੂਟਲੀ। ਕਿਉਂਕਿ ਮੰਨ ਲਿਆ ਜੇ ਕਿਸੇ ਇੱਕ ਸੈਕਟਰ ਹੈ, ਕੋਈ ਮੰਨ ਲਿਆ ਜੀ ਹੌਸਪਿਟੈਲਿਟੀ ਸੈਕਟਰ ਹੀ ਹੈ ਜੀ, ਉੱਥੇ ਘਟਿਆ, ਉਹਦੇ 'ਚ ਕੰਮ ਕਰਨ ਵਾਲਿਆਂ ਦੀਆਂ ਜੌਬ ਜਾਣਗੀਆਂ, ਜੌਬ ਗਈਆਂ, ਉਹਨਾਂ ਦੇ ਅੱਗੇ ਖਰਚੇ ਘਟਣਗੇ। ਯੈਸ, absolutely sir, that's why the economy will shrink, or but this is well needed as per the Bank of Canada governor, और ਕੱਲੇ Bank of Canada ਦੇ ਗਵਰਨਰ ਨਹੀਂ ਕਹਿਣਾ ਆ, ਟੋਟਲ तमाम ਗਲੋਬਲ ਤੁਸੀਂ ਇੰਸਟੀਟਿਊਸ਼ਨਸ ਜਿੰਨੇ ਵੀ ਕੰਟਰੀਜ਼ ਨੇ ਉਹਨਾਂ ਦੇ ਗਵਰਨਰ ਦਾ ਵੀ ਇਹੀ ਮੰਨਣਾ। ਨੈਕਸਟ ਵੀਕ ਅਮਰੀਕਾ ਦੀ ਰਿਪੋਰਟ ਆਉਣੀ ਹੈ, ਇਹਦੇ 'ਚ ਵੀ ਐਕਸਪੈਕਟਡ ਹੈ ਕਿ ਅਮਰੀਕਾ ਵਿਲ ਆਲਸੋ ਰੇਜ਼ ਇੰਟਰਸਟ ਰੇਟ ਬਾਈ 50 to 75 ਬੇਸਿਸ ਪੁਆਇੰਟ। ਇੱਕ ਸਭ ਤੋਂ ਵੱਡਾ ਐਗਜ਼ਾਮਪਲ ਸ਼ਮੀਲ ਜੀ, ਮੈਂ ਇੰਗਲੈਂਡ ਦਾ ਲੈ ਲਓ ਤੁਸੀਂ। ਇੰਗਲੈਂਡ ਕਿੰਨਾ ਵਧੀਆ ਕੰਟਰੀ ਸੀ ਲਾਸਟ ਸੈਂਚੁਰੀ ਦੇ ਅੰਦਰ। ਤੁਸੀਂ ਦੇਖੋ ਆ ਤੀਸਰਾ ਪ੍ਰਧਾਨ ਮੰਤਰੀ ਬਣਿਆ ਹੁਣ ਪਿਛਲੇ 5 ਮਹੀਨਿਆਂ 'ਚ, just because of mismanaging the fiscal policies। ਦੇਖੋ ਕਿੰਨੇ ਵੱਡੇ ਬਲੰਡਰ ਉਹਨਾਂ ਨੇ ਕੀਤੇ ਆ। ਅਤੇ ਇਸ ਕਰਕੇ ਮੈਂ ਸਮਝਦਾ ਜੀ ਜਿਹੜੇ ਸਾਡੇ ਸੈਂਟਰਲ ਬੈਂਕ ਦੇ ਗਵਰਨਰ ਨੇ, ਬੇਸ਼ੱਕ ਇਹ ਪੇਨਫੁਲ ਡਿਸੀਜ਼ਨ ਹੈਗਾ, ਆਈ ਥਿੰਕ ਹੀ ਇਜ਼ ਡੂਇੰਗ ਅ ਰਾਈਟ ਮੂਵ, ਔਰ ਲੌਂਗ ਟਰਮ ਜਿਹੜਾ ਹੈ ਇਹ ਸਾਨੂੰ ਬੈਨੀਫਿਟ ਦੇਊਗਾ। ਸੋ ਤੁਹਾਡੇ ਹਿਸਾਬ ਨਾਲ ਇਹ ਜਿਹੜਾ ਰਿਸੈਸ਼ਨ ਹੈ ਅਤੇ ਜਿਹੜੇ ਮੈਜਰ ਲਏ ਜਾ ਰਹੇ ਨੇ ਇਹ ਬੁਖਾਰ ਅਤੇ ਟੀਕੇ ਦੀ ਤਰ੍ਹਾਂ? ਬਿਲਕੁਲ ਸਰ, ਜਿਸ ਤਰ੍ਹਾਂ ਇੱਕ ਬਿਲਕੁਲ ਫਲੂ ਜਾਂ ਬੁਖਾਰ ਆਮ ਬੰਦੇ ਨੂੰ ਹਰ 2-4 ਸਾਲ ਬਾਅਦ ਚੜ੍ਹਦਾ ਆ ਔਰ ਫਿਰ ਆਪਣੇ ਟਾਈਮ ਸਿਰ ਚਲਾ ਜਾਂਦਾ ਆ, ਔਰ ਇਹਦੇ ਨਾਲ ਤੁਹਾਡੇ ਬਾਡੀ ਦਾ ਇੱਕ ਡਿਫੈਂਸਿਵ ਸਿਸਟਮ ਤਾਂ ਪਤਾ ਲੱਗਦਾ ਕਿੰਨਾ ਸਟਰੋਂਗ ਹੈਗਾ ਆ। ਬੁਖਾਰ ਚੜ੍ਹਨਾ ਕੋਈ ਮਾੜੀ ਗੱਲ ਨਹੀਂ ਹੁੰਦੀ। ਰਿਸੈਸ਼ਨ ਇਜ਼ ਆਲਸੋ ਪਾਰਟ ਆਫ ਦੀ ਡਿਵੈਲਪ ਇਕਾਨਮੀਜ਼, ਔਰ ਇੱਥੇ ਇਹ ਇਜ਼ ਪਾਰਟ ਆਫ ਦੀ ਕੈਪੀਟਲਿਸਟ ਸੋਸਾਇਟੀ। ਰਿਸੈਸ਼ਨ ਹਰ 5-7 ਸਾਲ ਬਾਅਦ ਆਉਂਦਾ ਹੀ ਆਉਂਦਾ ਹੈ। ਹੋ ਸਕਦਾ ਕਈ ਜਿਹੜੇ ਵੀਰ ਭੈਣ ਭਰਾ ਨਵੇਂ ਆਏ ਆ 5-7 ਸਾਲ 'ਚ, ਉਹਨਾਂ ਨੇ ਰਿਸੈਸ਼ਨ ਦਾ ਇਫੈਕਟ ਨਹੀਂ ਦੇਖਿਆ। ਦੂਜੀ ਗੱਲ ਸ਼ਮੀਲ ਜੀ, ਜਿਹੜੀ ਇਸ ਵਾਰੀ ਲੋਕੀ ਡਰ ਰਿਸੈਸ਼ਨ ਤੋਂ ਨਹੀਂ ਰਹੇ ਨਾ, ਉਹ ਡਰ ਰਹੇ ਨੇ ਫੀਲ ਗੁੱਡ ਫੈਕਟਰ ਤੋਂ, ਹਾਊਸਿੰਗ ਸੈਕਟਰ ਤੋਂ। ਹਾਊਸਿੰਗ ਸੈਕਟਰ ਦਾ ਜਿਹੜਾ ਪੇਨ ਹੈ ਇਹ ਲੰਬਾ ਟਾਈਮ ਰਹਿਣਾ ਆ। ਇਹ ਰਿਸੈਸ਼ਨ ਤੋਂ ਅਸੀਂ ਉੱਭਰ ਕੇ ਨੈਕਸਟ ਈਅਰ ਬਾਹਰ ਆ ਜਾਵਾਂਗੇ, ਲੇਕਿਨ ਤੁਸੀਂ ਸੋਚੋ ਵੀ ਜੇ ਹਾਊਸਿੰਗ ਦੇ ਪ੍ਰਾਈਸਿਸ ਜਿਹੜੇ ਨੇ, ਜਿਸ ਵਿਚਾਰੇ ਨੇ ਇਸ ਸਾਲ ਫਰਵਰੀ 'ਚ ਘਰ ਲਿਆ ਆ ਉਹਦਾ ਆਲਰੇਡੀ 30% ਥੱਲੇ ਜਾ ਚੁੱਕਿਆ, another 10-15% ਅਗਲੇ 6 ਮਹੀਨੇ ਥੱਲੇ ਜਾਣਾ ਆ, ਅਤੇ ਤੁਸੀਂ ਕਹੋ ਵੀ ਉਹ ਅਗਲੇ ਦਸੰਬਰ ਤੱਕ ਵਾਪਸ ਆ ਜਾਣਗੇ, ਫੋਰਗੇਟ ਇਟ। ਔਰ ਦੂਜਾ ਉਹਨਾਂ ਦੀ ਮੌਰਗੇਜ ਵੱਧ ਗਈ ਹੈ, ਕਈਆਂ ਦੀ ਮੌਰਗੇਜ ਦੀ ਕਿਸ਼ਤਾਂ ਵੱਧ ਗਈਆਂ, ਇੰਟਰਸਟ ਵੱਧ ਗਏ ਨੇ, ਅਤੇ ਇਸ ਕਰਕੇ ਜਿਹੜਾ ਲੋਕ ਜਿਹੜੇ ਡਰੇ ਇਸ ਕਰਕੇ ਹੋਏ ਨੇ ਕਿ ਇਹ ਜਿਹੜਾ ਹਾਊਸਿੰਗ ਸੈਕਟਰਸ, ਕੋਈ ਸਾਰੇ ਬੰਦੇ ਜਿਹੜੇ ਸਾਡੇ ਨੇ ਹਰ ਚੀਜ਼ ਨੂੰ ਹਾਊਸਿੰਗ ਨਾਲ ਰਿਲੇਟ ਕਰਕੇ ਦੇਖਦੇ ਨੇ। ਇਹ ਸਾਡੀ ਇੱਕ ਮਾਨਸਿਕਤਾ ਆ, ਖਾਸ ਤੌਰ 'ਤੇ ਭਾਰਤੀ ਪਾਕਿਸਤਾਨੀ ਭਾਈਚਾਰੇ ਦੀ, ਕਿ ਇੱਕ ਤਾਂ ਜੇ ਉੱਥੇ ਇੰਡੀਆ ਪਾਕਿਸਤਾਨ ਹੁੰਦੇ ਹਰ ਚੀਜ਼ ਨੂੰ ਗੋਲਡ ਦੇ ਨਾਲ, ਜਾਂ ਤੁਸੀਂ ਉੱਥੇ ਜਿਹੜਾ ਨਾ ਜ਼ਮੀਨ ਦੇ ਰੇਟ ਨਾਲ ਦੇਖਦੇ ਆ ਵੀ ਮੇਰੇ 10 ਲੱਖ ਰੁਪਏ ਵਾਲਾ ਕਿੱਲਾ 40 ਲੱਖ ਦਾ ਹੋ ਗਿਆ, ਬੜੇ ਬੜੇ ਬੱਲੇ ਬੱਲੇ ਜੀ, ਹੋਰ ਲੋਨ ਚੱਕ ਲਓ ਜੀ, ਹੋਰ ਤੁਸੀਂ ਨਵੀਂ ਵੱਡੀਆਂ ਗੱਡੀਆਂ ਲੈ ਲਓ ਜੀ। ਇਸ ਤਰ੍ਹਾਂ ਹੀ ਇੱਥੇ ਸੀਗਾ ਪਿਛਲੇ 2 ਸਾਲਾਂ ਜਦੋਂ ਘਰਾਂ ਦੇ ਪ੍ਰਾਈਸਿਸ ਵਧੇ ਆ, ਅਤੇ ਲੋਕਾਂ 'ਚ ਫੀਲ ਗੁੱਡ ਫੈਕਟਰ ਸੀਗਾ। ਜੌਬ ਲੋਕੀ ਉਹੀ ਕਰ ਰਹੇ ਆ
ਇਨਕਮ ਹਜੇ ਵੀ ਅਮੂਮਨ ਲੋਕਾਂ ਦੀ ਓਨੀ ਹੀ ਹੈਗੀ ਹੈ ਜਿੰਨੀ ਪਿਛਲੇ ਸਾਲ ਸੀਗੀ, ਲੇਕਿਨ ਇੱਕ ਸਾਈਕੋਲੋਜੀਕਲੀ ਉਹ ਡਾਊਨ ਫੀਲ ਇਸ ਕਰਕੇ ਕਰ ਰਹੇ ਆ ਕਿ ਜਿਹੜਾ ਘਰ ਫਰਵਰੀ 'ਚ ਜਿੰਨੇ ਦਾ ਸੀਗਾ ਉਸ ਤੋਂ 30% ਘਟ ਗਿਆ ਸਰ। ਜਾਂ ਜਿਹੜਾ ਉਹਨਾਂ ਨੂੰ ਲੱਗਦਾ ਸੀ ਮਤਲਬ ਲਿਆ ਮੈਂ 5 ਦਾ ਸੀ ਹੋ ਚੁੱਕਿਆ ਹੁਣ ਮਿਲੀਅਨ ਦਾ, ਹਾਂ ਉਹ 7 ਲੱਖ ਦਾ ਹੋ ਗਿਆ ਹੁਣ 7 ਲੱਖ ਦਾ ਹੋ ਗਿਆ। ਹਾਂਜੀ, ਕਾਗਜ਼ਾਂ 'ਚ ਹੀ ਮਤਲਬ ਘਟ ਗਿਆ। ਯੈਸ ਮਨਾ 'ਚ ਹੀ ਘਟ ਗਿਆ। ਮਨਾ 'ਚ ਬਸ ਇਹ ਸਾਈਕੋਲੋਜੀਕਲੀ, ਅਦਰਵਾਈਜ਼ ਦੇयर इज नो ਡਿਫਰੈਂਸ ਐਟ ਆਲ ਸਰ ਜੀ। ਸੋ ਇਹਨਾਂ ਬਾਰੇ ਆਪਾਂ ਹੋਰ ਗੱਲਬਾਤ ਕਰਦੇ ਹਾਂ, ਜਿਹੜੇ ਇਹ ਘਰਾਂ ਵਾਲੇ ਬਾਰੇ ਆਪਾਂ ਵੱਧ ਗੱਲਬਾਤ ਕਰਾਂਗੇ। ਤੇ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਇਕੋਨਮੀ ਥੋੜਾ ਟਾਈਟ ਹੋਏਗੀ ਜੀ, ਇਹ ਕਿੰਨੇ ਕੁ ਮਹੀਨੇ ਦਾ ਤੁਹਾਨੂੰ ਲੱਗਦਾ ਇਹ ਜਿਹੜਾ ਫੇਜ਼ ਹੋ ਸਕਦਾ ਹੈ, ਜਿਹੜਾ ਇਕੋਨੋਮਿਸਟ ਇਸ ਵੇਲੇ ਸਮਝ ਰਹੇ ਨੇ? ਐਵਰੇਜ ਰਿਸੈਸ਼ਨ ਜਿਹੜਾ ਇਹ 8 ਤੋਂ 9 ਮਹੀਨੇ ਤੋਂ ਵੱਧ ਨਹੀਂ ਚੱਲਦਾ ਜੀ। 2008 ਦਾ ਕਿੰਨਾ ਵੱਡਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਸੀ, ਰਿਸੈਸ਼ਨ ਸੀਗਾ, that didn't lasted more than 8 months. So this recession, we may, get out of this in 3 to 6 months. ਮੇਰਾ ਮੰਨਣਾ ਹੈ ਕਿ this recession will be mild, given the present circumstances, unless ਕੱਲ ਨੂੰ ਕੋਈ ਹੋਰ ਆਪਣੇ ਪੁਤਨ ਸਾਹਿਬ ਕੋਈ ਹੋਰ ਹੀ ਨਾ ਛੱਡ ਦੇਣ ਜਾਂ ਚਾਈਨਾ ਵਾਲੇ ਕੁਝ ਹੋਰ ਨਾ ਕਰ ਦੇਣ, given the present circumstances, recession ਜਿਹੜਾ ਹੈ ਮਾਈਲਡ ਔਰ ਸ਼ਾਰਟ ਲਿਵਡ ਰਹੂਗਾ ਸਰ। ਅੱਛਾ, ਇੱਕ ਹੋਰ ਵੀ ਚੀਜ਼ ਹੈ ਇਹਦੇ 'ਚ, ਸਾਈਕੋਲੋਜੀਕਲ ਫੈਕਟਰ ਵੀ ਇੱਕ ਰਿਸੈਸ਼ਨ 'ਚ ਮੰਨਿਆ ਜਾਂਦਾ, ਔਰ ਇਹਦੇ 'ਚ ਇਕੋਨੋਮਿਸਟ ਵੀ, ਗਵਰਨਮੈਂਟਸ ਵੀ, ਜਿਹੜੇ ਇਕਨੋਮਿਕ ਐਡਵਾਈਜ਼ਰ ਨੇ ਉਹ ਵੀ, ਤੇ ਮੀਡੀਆ ਵੀ ਰੋਲ ਪਲੇ ਕਰਦਾ ਕਿ ਜਦੋਂ ਰਿਸੈਸ਼ਨ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸਾਰੇ ਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਖਰਚੇ ਘਟਾ ਲਓ, ਖਰਚੇ ਘਟਾ ਲਓ, ਖਰਚੇ ਘਟਾ ਲਓ ਜੀ। ਜਦੋਂ ਹੁਣ ਸਾਰੇ ਹੀ ਖਰਚੇ ਘਟਾਉਣੇ ਸ਼ੁਰੂ ਕਰ ਦੇਣਗੇ, ਸਾਰੇ ਹੀ ਆਪਣੇ ਕੋਈ ਖਰੀਦਣ ਦੇ ਜਿਹੜੇ ਡਿਸੀਜਨ ਨੇ ਉਹ ਪੋਸਟਪੋਨ ਕਰਨਾ ਸ਼ੁਰੂ ਕਰ ਦੇਣਗੇ, ਉਹ ਤੇ ਬਲਕਿ ਹੋਰ ਤੇਜ਼ ਹੋ ਜਾਏਗਾ। ਯੈਸ ਸਰ, ਇਹੀ ਹੁੰਦਾ ਹੈ ਰਿਸੈਸ਼ਨ। ਤੁਸੀਂ ਦੇਖੋ ਆਮ ਬੰਦੇ ਦੀ ਕਈਆਂ ਦੀ ਸੇਵਿੰਗ ਵੱਧ ਜਾਂਦੀ ਆ। ਹਾਂਜੀ, ਕਿਉਂਕਿ ਤੁਸੀਂ ਦੇਖੋ ਹੁਣ ਅੱਜ ਦੀ ਡੇਟ ਤੁਸੀਂ ਜੇ ਇਨਵੈਸਟ ਕਰਨੇ ਆ ਸੇਵਿੰਗ ਇੰਟਰਸਟ ਦੇ ਅੰਦਰ, ਤੁਹਾਨੂੰ 3.5 ਤੋਂ 4% ਮਿਲ ਰਿਹਾ ਸੇਵਿੰਗ ਅਕਾਊਂਟ 'ਚ। ਇਹੀ ਅੱਜ ਤੋਂ 6-8 ਮਹੀਨੇ ਪਹਿਲਾਂ ਤੁਹਾਨੂੰ 1% ਵੀ ਨਹੀਂ ਮਿਲਦਾ ਸੀ। ਤਾਂ ਜਿਹੜਾ ਇੱਕ ਐਵਰੇਜ ਰਿਟਾਇਰੀ ਜਾਂ ਸੈਲਰੀਡ ਪਰਸਨ ਹੈ, ਦੇ ਫੀਲ ਗੁੱਡ ਅਬਾਊਟ ਦਿਸ ਥਿੰਗ ਕਿ ਉਹਨੂੰ ਆਪਣਾ, ਕਿਉਂਕਿ ਜਿਹੜਾ ਆਮ ਸੈਲਰੀਡ ਬੰਦਾ ਹੈਗਾ ਜਿਹੜਾ ਬਿਲਕੁਲ ਰਿਸਕ ਨਹੀਂ ਲੈਂਦਾ, ਰਿਟਾਇਰੀ ਹੈ, ਉਹ ਰਿਸਕ ਲੈਣ ਦੇ ਕਾਬਿਲ ਨਹੀਂ ਹੈਗਾ, ਤੇ ਉਹ ਬੰਦਾ ਜਿਹੜਾ ਹੈ ਪੈਸੇ ਆਪਣਾ ਸਟਾਕ ਮਾਰਕੀਟ 'ਚ ਨਹੀਂ ਇਨਵੈਸਟਮੈਂਟ ਕਰ ਸਕਦਾ, ਇਸ ਤਰ੍ਹਾਂ ਸਪੈਕੂਲੇਟਿਵ ਇਨਵੈਸਟਮੈਂਟ ਰੀਅਲ ਸਟੇਟ 'ਚ ਨਹੀਂ ਕਰ ਸਕਦਾ। ਉਹ ਵਿਚਾਰੇ GIC ਦੇ ਅੰਦਰ, ਮੇਰੇ ਕਹਿਣ ਦਾ ਮਤਲਬ ਜਿਹੜਾ ਫੀਅਰ ਫੈਕਟਰ ਹੈ ਕਿ ਲੋਕ ਡਰਦੇ ਕਰਕੇ ਆਪਣੇ ਖਰਚੇ ਬੰਦ ਕਰਨੇ ਸ਼ੁਰੂ ਕਰ ਦਿੰਦੇ ਨੇ। ਜੇ ਹੁਣ ਡਰ ਕਰਕੇ ਤੁਸੀਂ ਬਾਹਰ ਖਾਣਾ ਬੰਦ ਕਰ ਦਿੱਤਾ, ਡਰ ਕਰਕੇ ਤੁਸੀਂ ਬਹੁਤ ਸਾਰੀ ਐਕਟੀਵਿਟੀ ਬੰਦ ਕਰ ਦਿੱਤੀ, ਤਾਂ ਜਿੱਥੇ ਉਹ ਬਿਜ਼ਨਸ ਤੁਹਾਡੇ ਖਰਚੇ ਕਰਕੇ ਚੱਲਦੇ ਸੀ ਉਹ ਤਾਂ ਸਗੋਂ ਮਤਲਬ ਜਿੰਨੀ ਦੇਰ ਜੇ ਉਹਨਾਂ ਨੇ ਚੱਲਣਾ ਸੀ 6 ਮਹੀਨੇ ਠੀਕ, ਉਹ ਤੇ ਪਹਿਲੇ ਮਹੀਨੇ 'ਚ ਹੀ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਜਾਣਗੇ। ਜਾਂ ਬੰਦ ਨਹੀਂ ਹੁੰਦੇ ਸ਼ਮੀਲ ਜੀ, ਥੋੜ੍ਹਾ ਜਿਹਾ ਘਟਾ ਦਿੰਦੇ ਲੋਕ। ਜਿਸ ਤਰ੍ਹਾਂ ਕੋਈ ਬੰਦੇ, ਕੋਈ ਫੈਮਿਲੀ ਮੰਨ ਲਓ ਇੱਕ ਮੰਥ ਦੇ ਅੰਦਰ 2 ਵਾਰੀ ਬਾਹਰ ਖਾਣਾ ਖਾਂਦੀ ਸੀ, ਹੋ ਸਕਦਾ 1 ਵਾਰੀ ਕਰ ਦੇਗੀ, ਤੇ ਇਸ ਤਰ੍ਹਾਂ ਥੋੜ੍ਹਾ ਜਿਹਾ ਘਟਾ ਦਿੰਦੇ। ਇਸ ਤਰ੍ਹਾਂ ਹੀ ਇਕਨੋਮਿਕ ਐਕਟੀਵਿਟੀ ਘਟੂਗੀ ਤੇ ਨੈਚੁਰਲੀ ਇਨਫਲੇਸ਼ਨ ਜਿਹੜੀ ਹੈ ਸਹੀ। ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਫਿਰ ਪੈਨਿਕ ਵੀ ਨਹੀਂ ਕ੍ਰੀਏਟ ਕਰਨਾ ਚਾਹੀਦਾ। No. ਪੈਨਿਕ ਵੀ ਸਗੋਂ ਉਲਟਾ ਉਹਨੂੰ ਵਧਾਏਗਾ। This is sometimes media plays a big role in fear mongering. ਸੇ ਇਹ ਚੀਜ਼ ਜਿਹੜੀ ਆ ਮੈਂ ਸਮਝਦਾ ਜੀ ਕੋਈ ਇੰਨੀ ਡਰਨ ਵਾਲੀ ਗੱਲ ਨਹੀਂ ਹੈਗੀ। This recession is well needed, ਔਰ ਇਹ ਥੋੜ੍ਹਾ ਜਿਹਾ ਬ੍ਰੇਕਾਂ ਲਗਾ ਰਹੇ ਆ। ਇਕੋਨਮੀ ਵਾਜ਼ ਅ ਰੈਡ ਹੌਟ ਇਕੋਨਮੀ। ਔਰ ਦੂਸਰੀ ਗੱਲ ਹੈ, ਕਈ ਚੀਜ਼ਾਂ ਤੁਸੀਂ ਇਹ ਭੁੱਲ ਰਹੇ ਆ, ਅਸੀਂ ਦੇਖੋ ਕਿੰਨੇ ਵੱਡੇ ਇੱਕ ਪੈਂਡੈਮਿਕ ਤੋਂ ਬਾਹਰ ਆਏ ਹਾਂ। ਤੀਜੀ ਗੱਲ, ਮਨੀ ਸਪਲਾਈ ਬਹੁਤ ਹੈਵੀ ਸੀਗੀ, ਕਿਉਂਕਿ ਇੱਥੇ ਸਰਕਾਰਾਂ ਨੂੰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ, ਇੱਕ ਸਰਕਾਰਾਂ ਨੇ, ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ, ਇਹਨਾਂ ਨੇ ਆਪਣੇ ਲੋਕਾਂ ਦਾ ਪੂਰਾ ਖਿਆਲ ਰੱਖਿਆ ਆ। ਬਈ ਲੋਕਾਂ ਨੂੰ ਪੈਸੇ ਦਿੱਤੇ ਆ, ਛਾਪ ਕੇ ਦਿੱਤੇ ਆ ਵੀ ਤੁਸੀਂ ਘਰ ਰਹੋ। ਹਾਂ, ਉਹ ਗੱਲ ਅਲੱਗ ਹੈ ਕਿ ਥੋੜ੍ਹਾ ਜਿਹਾ ਲੰਬੇ ਟਾਈਮ ਲਈ ਦਿੱਤੇ ਆ, ਥੋੜ੍ਹੇ ਜਿਹੇ ਜ਼ਿਆਦਾ ਦਿੱਤੇ ਆ, ਤੇ ਇਸ ਚੀਜ਼ ਦਾ ਕੁਝ ਲੋਕਾਂ ਨੇ ਨਜਾਇਜ਼ ਵੀ ਫਾਇਦਾ ਚੱਕਿਆ ਹੈ। ਤੇ ਉਹ ਦੇਖੋ ਜਦੋਂ ਤੁਸੀਂ ਕੋਈ ਕਾਰਜ ਕਰਦੇ ਆ ਤੇ ਉਹਦੇ ਅੰਦਰ 10-15% ਇਸ ਤਰ੍ਹਾਂ ਦੇ ਇਫੈਕਟ ਮਾੜੇ ਪੈਣੇ ਸੰਭਾਵਿਕ ਹੈਗੇ ਜੀ। ਜਿਵੇਂ ਇੱਕ ਮੇਰੇ ਕੋਲ ਪਹਿਲਾ ਹੀ ਕੁਐਸਚਨ ਹੈ ਇਹਨਾਂ ਦਾ, ਇਹ ਕਹਿੰਦੇ ਨੇ ਕਿ ਕੰਸਟਰਕਸ਼ਨ ਸੈਕਟਰ ਹੈ ਜਿਹੜਾ, ਰੈਨੋਵੇਸ਼ਨ, ਇਹਨਾਂ 'ਤੇ ਕੀ ਇੰਪੈਕਟ ਪਊਗਾ ਇਸਦਾ? ਇਹਦੇ 'ਤੇ ਮਾੜਾ ਅਸਰ ਪਊਗਾ ਸਰ। ਕੰਸਟਰਕਸ਼ਨ ਵਿਲ ਸਲੋ ਡਾਊਨ ਐਜ਼ ਸੱਚ। ਤੁਸੀਂ ਦੇਖ ਰਹੇ ਆ, ਸੁਣਿਆ ਹੋਣਾ, ਤੁਸੀਂ ਪੜ੍ਹਿਆ ਹੋਣਾ ਕਿ ਕਈ ਬਿਲਡਰਸ ਜਿਹੜੇ ਨੇ ਉਹ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਨੇ ਫਰੀਜ਼ ਕਰਤੇ ਨੇ, ਜਾਂ ਕਈਆਂ ਨੇ ਬੰਦ ਕਰਤੇ ਨੇ, ਜਾਂ ਕਈਆਂ ਨੇ ਬੈਕਆਊਟ ਹੋ ਰਹੇ ਨੇ, ਅਤੇ ਇਹਦੇ ਨਾਲ ਮਾੜਾ ਅਸਰ ਪੈ ਰਿਹਾ ਜੀ। ਪਰ ਕੰਸਟਰਕਸ਼ਨ 'ਚ ਤੁਸੀਂ ਦੇਖੋ ਸਰ, ਜਿਹੜੀ ਰਾਅ ਮਟੀਰੀਅਲ ਕਾਸਟ ਸੀਗੀ, ਕਿਤੇ ਦੀ ਕਿਤੇ ਤੁਸੀਂ ਕਿਸੇ ਕੰਸਟਰਕਸ਼ਨ ਵਾਲੇ ਬੰਦੇ ਨਾਲ ਗੱਲ ਕਰਕੇ ਦੇਖੋ, ਤੁਹਾਨੂੰ ਦੱਸੇਗਾ ਲੰਬਰ ਦੇ ਪ੍ਰਾਈਸਿਸ ਅੱਜ ਤੋਂ 2 ਸਾਲ ਪਹਿਲੇ ਕਿੱਥੇ ਸੀ ਤੇ ਹੁਣ ਕਿੱਥੇ 4 ਗੁਣਾ ਵਧੇ ਹੋਏ ਆ, 3 ਗੁਣਾ ਵਧੇ ਹੋਏ ਆ। ਨੈਚੁਰਲੀ ਗੱਲ ਹੈ, ਜੇ ਤੁਸੀਂ ਉਹਦੇ ਪ੍ਰਾਈਸਿਸ ਥੱਲੇ ਲਿਆਉਣੇ ਆ ਤੇ ਉਹਦੀ ਤੁਹਾਨੂੰ ਡਿਮਾਂਡ ਜਿਹੜੀ ਘਟੂਗੀ,
ਤੇ ਨੈਚੁਰਲੀ ਗੱਲ ਆ ਪ੍ਰਾਈਸਿਸ ਵੀ ਥੋੜੇ ਸਟੇਬਲਾਈਜ਼ ਫਿਰ ਹੋਣਗੇ। ਰੈਨੋਵੇਸ਼ਨ ਤੇ ਵੀ ਫਿਰ ਕੁਦਰਤੀ ਇੰਪੈਕਟ ਪਊਗਾ ਕਿਉਂਕਿ ਜਦੋਂ 100% ਲੋਕ ਖਰਚੇ ਘਟਾਉਣ ਲੱਗਣਗੇ ਤਾਂ ਉਹ Yes. ਸੋਚਣਗੇ ਰੈਨੋਵੇਸ਼ਨ ਨਾ ਕਰਾਈਏ 2 ਸਾਲ ਹੋਰ ਰੁਕ ਜਾਈਏ। ਸਰ ਰੈਨੋਵੇਸ਼ਨ ਦਾ ਤੇ ਇਹ ਹਾਲ ਸੀ ਜਦੋਂ ਪੈਂਡੈਮਿਕ 'ਚ ਤੁਸੀਂ ਕਿਸੇ ਰੈਨੋਵੇਸ਼ਨ ਵਰਕਰ ਨੂੰ ਬੁਲਾਓ ਤੇ ਉਹ ਕਹਿੰਦਾ ਸੀ 6 ਮਹੀਨੇ ਮੈਨੂੰ ਕਾਲ ਵੀ ਨਾ ਕਰਨਾ। ਇਹ ਹਾਲਤ ਸੀਗੀ। ਔਰ ਹੁਣ ਓਨਟੇਰੀਓ 'ਚ ਇਹ ਹਾਲਤ ਹੈ ਕਿ ਜਿਹੜੇ ਕੰਸਟਰਕਸ਼ਨ ਵਾਲੇ ਬੰਦੇ ਆ ਉਹ ਇੱਥੋਂ ਮੂਵ ਆਊਟ ਹੋ ਰਹੇ ਆ, ਅਲਬਰਟਾ ਜਾ ਰਹੇ ਆ। ਅਲਬਰਟਾ ਇਜ਼ ਕਾਲਿੰਗ, ਇੱਕ ਬੜੀ ਫੇਮਸ ਐਡ ਆਉਂਦੀ ਆ। ਸੋ ਵੀ ਆਰ ਲੂਜ਼ਿੰਗ ਪੀਪਲ ਜਿਹੜੇ ਕਿ ਬਲੂ ਕਾਲਰ ਵਰਕਰ ਨੇ, ਖਾਸ ਤੌਰ 'ਤੇ ਕੰਸਟਰਕਸ਼ਨ ਦੇ ਨਾਲ ਨੇ, ਜਿਨ੍ਹਾਂ ਨੇ ਸਾਡੇ ਘਰ ਬਣਾਉਣੇ ਨੇ, ਉਹ ਤਾਂ ਅਲਬਰਟਾ ਜਾ ਰਹੇ ਨੇ। ਅਤੇ ਇੱਥੇ ਕੋਈ IT ਵਾਲੇ ਬੰਦੇ ਥੋੜ੍ਹਾ ਨਾ ਘਰ ਬਣਾਉਣਗੇ, ਇੱਥੇ ਕੋਈ ਟਰੱਕ ਡਰਾਈਵਰ ਥੋੜ੍ਹਾ ਨਾ ਘਰ ਬਣਾਉਣਗੇ, ਜਾਂ ਮੇਰੇ ਵਰਗੇ ਇੰਸ਼ੋਰੈਂਸ ਵਾਲੇ ਥੋੜ੍ਹਾ ਨਾ ਘਰ ਬਣਾਉਣਗੇ। ਜਿਹੜੇ ਕਿ ਬਲੂ ਕਾਲਰ ਵਰਕਰ ਜਿਹੜੇ ਕਿ ਇਹਦੇ 'ਚ ਕੰਸਟਰਕਸ਼ਨ ਨਾਲ ਰਿਲੇਟਡ ਹੈਗੇ ਨੇ, ਇਹ ਬੜੀ ਵੱਡੀ ਕਮੀ ਹੈਗੀ ਆ। ਪਿੱਛੇ ਮੇਰੇ ਖਿਆਲ ਨਾਲ ਓਨਟੇਰੀਓ ਦੇ ਸੀਗੇ ਕਿ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਇਹ ਬਿਆਨ ਵੀ ਦਿੱਤਾ ਸੀ ਵੀ ਉਹ ਹੁਣ ਸਕੂਲਾਂ ਦੇ ਅੰਦਰ ਮੇਰੇ ਖਿਆਲ 7ਵੀਂ 8ਵੀਂ ਤੋਂ ਲੈ ਕੇ ਜਿਹੜੀ 12ਵੀਂ ਕਲਾਸ ਤੱਕ ਹੈ, ਉੱਥੇ ਜਿਹੜਾ ਹੈ ਜਿਵੇਂ ਕਾਰਪੈਂਟਰੀ ਹੈ, ਪਲੰਬਿੰਗ ਦੇ ਹੈ, ਕੁਝ ਇਸ ਤਰ੍ਹਾਂ ਦੇ ਕੋਰਸਿਸ ਜਿਹੜੇ ਆ ਉਹ ਬੱਚਿਆਂ ਲਈ ਸ਼ੁਰੂ ਕਰਨ ਜਾ ਰਹੇ। ਸਿਮਰਨ ਹੋਰਾਂ ਨੇ ਸ਼ੇਅਰ ਕੀਤਾ ਕੁਝ ਆਪਣੇ ਆਈਡੀਆਜ਼ ਟਰੱਕਿੰਗ ਇੰਡਸਟਰੀ ਬਾਰੇ ਕਿ ਕਹਿੰਦੇ ਬੜੇ ਕ੍ਰਾਈਸਿਸ 'ਚ ਹੈ। ਕਹਿੰਦੇ ਉਹ ਕਹਿੰਦੇ ਜਿਹੜੀਆਂ ਕੰਪਨੀਜ਼ ਨੇ ਟਰੱਕ ਅਤੇ ਟ੍ਰੇਲਰ ਮਹਿੰਗੀਆਂ ਕੀਮਤਾਂ 'ਤੇ ਖਰੀਦੇ ਸੀਗੇ, ਹੁਣ ਉਹ ਆਲਰੇਡੀ ਬੈਂਕਰਪਸੀਜ਼ ਫਾਈਲ ਕਰ ਰਹੇ ਨੇ ਅਤੇ ਉਹ ਕੰਪਨੀਆਂ ਅਫੋਰਡ ਨਹੀਂ ਕਰ ਪਾ ਰਹੀਆਂ ਆਪਣੀਆਂ ਜਿਹੜੀਆਂ ਪੇਮੈਂਟਸ ਨੇ ਇਸ ਵੇਲੇ। ਆਲਰੇਡੀ ਕਹਿੰਦੇ ਬਹੁਤ ਵੱਡਾ ਫਰਕ ਪੈ ਚੁੱਕਿਆ। ਐਬਸੋਲੂਟਲੀ ਸਰ, ਟਰੱਕਿੰਗ 'ਚ ਵੀ ਤੁਸੀਂ ਦੇਖੋ ਸ਼ਮੀਲ ਜੀ, ਜਿਹੜੇ ਛੋਟਾ ਪਲੇਅਰ ਸੀਗਾ ਉਹ ਵਿਚਾਰਾ ਆਊਟ ਹੋ ਗਿਆ। ਜਾਂ ਤਾਂ ਇੱਕ ਬੰਦਾ ਖੁਦ ਹੀ ਓਨਰ ਆਪਰੇਟਰ ਹੈਗਾ, ਜਾਂ ਤੁਹਾਨੂੰ ਮਿਲਣਗੇ ਜਿਹਦੇ ਕੋਲ 50 ਤੋਂ 100 ਟਰੱਕ ਹੈਗੇ ਮਿਨੀਮਮ। ਮਤਲਬ 2 4 5 ਵਾਲੇ 8 10 ਵਾਲੇ ਜਿਹੜੇ ਆ ਉਹ ਨਿਕਲ ਗਏ ਵਿਚਾਰੇ ਇਸ ਕੋਲ। ਸੰਜੀਵ ਹੋਰਾਂ ਦਾ ਮੈਸੇਜ ਹੈ, ਕਹਿੰਦੇ ਠੀਕ ਹੈ ਪੇਨਫੁਲ ਫੈਸਲਾ, ਪਰ ਸਾਨੂੰ ਜਿਹੜੀ ਡੋਜ਼ ਹੈ ਗਵਰਨਮੈਂਟ ਨੂੰ ਜ਼ਰੂਰ ਸਾਨੂੰ ਦੇਣੀ ਚਾਹੀਦੀ ਹੈ। ਅਵਤਾਰ ਸਿੰਘ ਕਹਿ ਰਹੇ ਨੇ ਕਰੰਟ ਗਵਰਨਰ ਇਜ਼ ਆਲਸੋ ਅ ਫਾਰਮਰ UK ਗਵਰਨਰ, ਹਾਊ ਡਿਡ ਹਿਜ਼ ਪਾਲਿਸੀਜ਼ ਕੰਟਰੀਬਿਊਟਡ ਟੂ ਟੂਡੇਜ਼ UK ਜੋ ਕੁਛ ਹੋ ਰਿਹਾ ਉਹਦੀ। ਨਹੀਂ, ਟਿਫ ਮੈਕਾਲਮ ਇਜ਼ ਨਾਟ ਅ ਫਾਰਮਰ UK ਗਵਰਨਰ। ਇਹ ਗੱਲ ਕਰ ਰਿਹਾ ਮਾਰਕ ਕਾਰਨੀ ਦੀ। ਮਾਰਕ ਕਾਰਨੀ ਜਿਹੜੇ ਸਾਡੇ ਪਹਿਲੇ ਇੱਥੇ ਗਵਰਨਰ ਹੁੰਦੇ ਸੀ, ਬਾਅਦ 'ਚ ਹੀ ਇਜ਼ ਐਨ ਐਕਸੈਪਸ਼ਨਲ ਕਿ ਉਹ ਇੰਗਲੈਂਡ ਦੇ ਵੀ ਜਿਹੜੇ ਆ ਸੈਂਟਰਲ ਬੈਂਕ ਦੇ ਗਵਰਨਰ ਰਹੇ ਆ। ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਦਿਸ ਇਜ਼ ਵੈਲ ਨੀਡਡ ਐਂਡ ਹੀ ਇਜ਼ ਔਨ ਅ ਸੇਮ ਪੇਸ ਵੇਅਰ ਟਿਫ ਮੈਕਾਲਮ ਇਜ਼। ਅੱਛਾ, ਅਗਲਾ ਹੈਗਾ ਇਸ਼ਟ ਮਹਿਤਾ, ਕਹਿੰਦੇ ਨੇ ਇਜ਼ ਦੇयर ਐਨੀ ਲਿਮਿਟ of these injections for this fever? How many are required? Yeah, this is, I think we are close to the end. It's not the end, we are close to the end. ਇਹਦਾ ਮਤਲਬ ਇਹ ਆ ਸ਼ਮੀਲ ਜੀ ਵੀ ਆਹ December 7 ਨੂੰ most probably another 25 to 50 basis point and then we are done. ਅੱਗੇ ਤਜਿੰਦਰ ਕਹਿੰਦੇ ਨੇ ਵੈਸਟਰਨ ਕੈਨੇਡਾ ਸਾਰੀ ਮਾਰਕੀਟ ਹੀ ਕਹਿੰਦੇ ਘਰਾਂ 'ਤੇ ਡਿਪੈਂਡ ਕਰਦੀ ਹੈ। ਇਹਨਾਂ ਦਾ ਕਮੈਂਟ ਹੈ ਵੈਸਟਰਨ ਕੈਨੇਡਾ। ਹਾਂ, ਇਹ ਲਿਖਿਆ ਹੋਇਆ ਵੈਸਟਰਨ ਕੈਨੇਡਾ ਹੀ ਮੀਨਸ ਟੂ ਸੇ ਅਲਬਰਟਾ ਐਂਡ BC ਔਰ ਹਾਂ ਉਹੀ ਗੱਲ ਬਣੀ ਨਾ ਫਿਰ। ਯੈਸ ਸਰ, ਹਾਊਸਿੰਗ ਇਜ਼ ਅ ਬਿਗ ਫੈਕਟਰ। ਦੇਖੋ ਤੁਸੀਂ ਹਰ ਸਾਲ ਜਿਹੜੇ ਨਵੇਂ ਇਮੀਗ੍ਰੈਂਟ ਆਉਂਦੇ ਆ ਉਹਨਾਂ ਨੇ ਘਰ ਲੈਣੇ ਆ ਅਤੇ ਇਹਦੇ ਨਾਲ ਇਕਨੋਮਿਕ ਐਕਟੀਵਿਟੀ ਵਧਣੀ ਹੈਗੀ ਆ, ਬਟ ਹਾਊਸਿੰਗ ਇਜ਼ ਨਾਟ ਐਵਰੀਥਿੰਗ। ਸਾਡੇ ਭਾਈਚਾਰੇ ਹਾਊਸਿੰਗ ਨੂੰ ਹੀ ਹਰ ਇੱਕ ਚੀਜ਼ ਸਮਝਦੇ ਆ। ਆਈ ਥਿੰਕ ਹਾਊਸਿੰਗ ਇਜ਼ ਆਲਮੋਸਟ 30% ਆਫ ਦੀ ਟੋਟਲ GDP। ਲੇਕਿਨ ਇਹ ਨਹੀਂ ਹੈਗਾ ਵੀ ਹੁਣ 30% ਜ਼ੀਰੋ ਹੋ ਜਾਏਗੀ, 30 ਤੋਂ 25% ਹੋ ਜਾਊਗੀ, ਘੱਟ ਜਾਏਗੀ। ਐਟ ਦ ਸੇਮ ਟਾਈਮ ਆਇਲ ਸੈਕਟਰ ਦੇਖੋ ਇਹ ਜਿਹੜਾ ਹੈ ਕਮੋਡਿਟੀ ਸੈਕਟਰ, ਆਇਲ ਸੈਕਟਰ ਦੀ ਜਿਹੜੀ ਪਰਫਾਰਮੈਂਸ ਸੀ GDP 'ਚ ਬਹੁਤ ਘੱਟ ਸੀਗੀ, ਉਹਦੀ ਵੱਧ ਗਈ ਹੈਗੀ ਆ। ਹੁਣ ਆਇਲ ਵੀ ਆਰ ਡੂਇੰਗ ਪ੍ਰੈਟੀ ਗੁੱਡ। ਤੁਸੀਂ ਅਲਬਰਟਾ ਨਾਲ ਗੱਲ ਕਰੋ, ਅਲਬਰਟਾ ਵਾਸ ਬਲੀਡਿੰਗ 5 years before, ਨਾਓ ਅਲਬਰਟਾ ਇਜ਼ ਐਕਸਪਲੋਡਿੰਗ। ਸੋ ਇੱਕ ਚੀਜ਼ ਥੋੜ੍ਹੀ ਥੱਲੇ ਜਾਂਦੀ ਹੈ, ਦੂਸਰੀ ਠੀਕ ਹੋ ਜਾਂਦੀ ਹੈ, ਅਸੀਂ ਕੋਈ ਪ੍ਰੋਬਲਮ ਨਹੀਂ ਸਰ। ਅਤੇ ਅੱਗੇ ਪੁੱਛ ਰਹੇ ਨੇ ਹਰਪ੍ਰੀਤ ਕਿ ਇਜ਼ ਇਟ ਰਾਈਟ ਟਾਈਮ ਟੂ ਇਨਵੈਸਟ ਇਨ ਫੰਡਸ ਜਾਂ ਫਿਰ ਬੈਸਟ ਹੋਏਗਾ ਜਦੋਂ ਅਪਕਮਿੰਗ ਰਿਸੈਸ਼ਨ ਉਦੋਂ ਵਧੀਆ ਹੋਏਗਾ? ਦਿਸ ਇਜ਼ ਐਜ਼ ਫਾਰ ਐਜ਼ ਦ ਸਟਾਕ ਮਾਰਕੀਟ ਇਜ਼ ਕੰਸਰਨ, ਵੀ ਆਰ ਵੈਰੀ ਕਲੋਜ਼ ਟੂ ਦੀ ਬੋਟਮ। ਕਿਉਂਕਿ ਸਟਾਕ ਮਾਰਕੀਟ ਤੁਸੀਂ ਉਦੋਂ ਨਹੀਂ ਇਨਵੈਸਟਮੈਂਟ ਕਰਨਾ ਜਦੋਂ ਰਿਸੈਸ਼ਨ ਆਉਣਾ, ਤਾਂ ਸਟਾਕ ਮਾਰਕੀਟ ਤਾਂ ਤੱਕ ਉੱਤੇ ਚੜ੍ਹ ਚੁੱਕੀ ਹੁੰਦੀ ਆ। ਕਿਉਂਕਿ ਸਟਾਕ ਮਾਰਕੀਟ ਆਲਵੇਜ਼ ਰਨਸ 8 to 9 months ਅਹੈਡ ਆਫ ਦ ਇਕੋਨਮੀ। ਤੁਸੀਂ ਦੇਖੋ ਇਸ ਸਾਲ ਦੇ ਜਨਵਰੀ 'ਚ ਸਟਾਕ ਮਾਰਕੀਟ ਥੱਲੇ ਜਾਣੀ ਸ਼ੁਰੂ ਹੋ ਗਈ ਸੀ ਅਤੇ ਤੁਹਾਨੂੰ ਅੱਜ GDP ਨਜ਼ਰ ਆ ਰਹੀ ਹੈ ਵੀ ਬਹੁਤ ਥੱਲੇ ਜਾ ਚੁੱਕੀ ਹੈ। ਕਿਉਂ ਜਨਵਰੀ ਥੱਲੇ ਜਾ ਰਹੀ ਸੀ? ਜਨਵਰੀ 'ਚ ਤਾਂ ਬੂਮਿੰਗ ਇਕੋਨਮੀ ਸੀਗੀ, ਬਿਕਾਜ਼ ਸਟਾਕ ਮਾਰਕੀਟ ਸੀਜ਼ 8 to 9 months ਅਹੈਡ। ਜੇ ਸਟਾਕ ਮਾਰਕੀਟ ਤੁਸੀਂ ਦੇਖੋ ਡਾਓ ਜੋਨਸ ਦੀ ਇਸ ਮੰਥ ਦੀ ਅਕਤੂਬਰ ਦੀ ਬੈਸਟ ਪਰਫਾਰਮੈਂਸ ਹੈ ਸਿੰਸ November 2020।
best performance. Almost 8 to 9% it has gone up. So it tells you ਕਿ ਜਿਹੜਾ ਇਸ ਅਗਲੇ ਸਾਲ ਜੇ ਤੁਸੀਂ ਹੁਣ ਤੋਂ 9 ਮਹੀਨੇ ਅੱਗੇ ਚਲੇ ਜਾਓ, next year after August, September will be out of the recession. So we'll be doing good. So ਇਹ time ਹੈ within next few weeks that you should be investing money in funds. ਜਸਵੰਤ ਸਿੰਘ ਹੋਰਾਂ ਦਾ ਸਵਾਲ ਹੈ ਜੀ ਕਿ ਜਿਹੜੇ ਵੈਸੇ ਤੁਸੀਂ ਤੇ ਥੋੜਾ ਕਮੈਂਟ ਕਰ ਵੀ ਚੁੱਕੇ ਹੋ ਪਹਿਲਾਂ ਕਿ ਜਿਹੜੀਆਂ ਕੈਨੇਡਾ ਗਵਰਨਮੈਂਟ ਦੀਆਂ ਪਾਲਿਸੀ ਸੀ ਜਿਵੇਂ ਪੈਸਾ ਸੁੱਟਿਆ ਗਿਆ ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ? That was well needed, sir. Over supply ਦਿੱਤੀ ਆ, ਲੋਕਾਂ ਨੂੰ ਪੈਸੇ ਦਿੱਤੇ ਆ, ਉਹ ਹੁਣ ਨੈਚੁਰਲੀ ਗੱਲ ਹੈ, ਹੁਣ ਇਹ ਕੁਆਂਟੀਟੇਟਿਵ ਟਾਈਟਨਿੰਗ ਕਰ ਰਹੇ ਆ, ਪਹਿਲਾਂ ਕੁਆਂਟੀਟੇਟਿਵ ਈਜ਼ਿੰਗ ਸੀਗੀ ਅਤੇ ਇਸ ਕਰਕੇ ਜਿਹੜਾ ਹੈ ਤੁਹਾਨੂੰ ਮਹਿੰਗਾਈ ਵੀ ਨਜ਼ਰ ਆ ਰਹੀ ਹੈ ਔਰ ਮਨੀ ਸਪਲਾਈ ਟਾਈਟਨਿੰਗ ਹੋ ਰਹੀ ਹੈ ਅਤੇ ਇਹਦੇ ਸਿੱਟੇ ਜਿਹੜੇ ਆ ਤੁਹਾਨੂੰ ਆਮ ਦਿਨਚਰਿਆ 'ਚ ਦੇਖਣ ਨੂੰ ਮਿਲਦੇ ਆ ਸਰ। ਅੱਛਾ, ਮੈਨੂੰ ਇਹਦੇ ਬਾਰੇ ਪਹਿਲਾਂ ਵੀ ਇੱਕ ਦੋਸਤ ਨੇ ਮੈਨੂੰ ਕੁਝ ਦਿਨ ਪਹਿਲਾਂ ਵੀ ਸ਼ੇਅਰ ਕੀਤੀ ਸੀ ਆਪਣੀ ਪ੍ਰੋਬਲਮ ਕਿ ਮਿਊਚੁਅਲ ਫੰਡ 'ਚ ਉਹਨਾਂ ਨੇ ਇਨਵੈਸਟ ਕੀਤਾ ਸੀ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਜੀ। ਅਤੇ ਇਹ ਵੀ ਕੁਐਸਚਨ ਉਸੇ ਤਰ੍ਹਾਂ ਦਾ ਕਿ ਕੀ ਇਹ ਥੱਲੇ ਜਾ ਰਹੇ ਨੇ, ਇਹਦੇ ਬਾਰੇ ਕੁਛ ਤੁਸੀਂ? Mutual funds across the board, sir, are down almost 15 to 20%. But again, this is a paper loss. ਜੇ ਤੁਸੀਂ ਕੋਈ ਘਰ ਆਪਣਾ ਜਿੱਥੇ ਤੁਸੀਂ ਜਿਵੇਂ ਹੁਣੇ ਗੱਲ ਕਰ ਰਹੇ ਸੀ ਵੀ ਲਿਆ ਸੀਗਾ 5 ਲੱਖ ਦਾ ਲਿਆ ਸੀ, ਉਹ ਮਿਲੀਅਨ ਦਾ ਹੋ ਗਿਆ, ਉਹ ਹੁਣ 7 ਲੱਖ ਦਾ ਹੋ ਗਿਆ ਅਤੇ ਉਹ ਤੁਸੀਂ ਨੈਚੁਰਲੀ 30% ਉਹ ਵੀ ਥੱਲੇ ਆ ਗਿਆ ਫਰੋਮ ਇਟਸ ਪੀਕ। ਸਿਮਿਲਰਲੀ ਮਿਊਚੁਅਲ ਫੰਡ ਜਿਹੜੇ ਨੇ ਉਹ ਵੀ 15-20% ਆਪਣੇ ਪੀਕ ਤੋਂ ਥੱਲੇ ਆ ਚੁੱਕੇ ਨੇ ਸਰ। ਜਿਵੇਂ ਕਿਸੇ ਦੋਸਤ ਨੇ ਸ਼ੇਅਰ ਕੀਤਾ ਸੀ, ਮੈਂ ਉਹਨਾਂ ਨੇ 60-70 ਲਾਇਆ ਸੀ, 4-5 ਹਜ਼ਾਰ ਘਟ ਗਿਆ, ਫਿਰ ਉਹਨਾਂ ਨੇ ਕਢਾ ਲਏ, ਵਾਪਸ ਲੈ ਲਏ ਪੈਸੇ ਆਪਣੇ। That's the biggest blunder people do. ਲੋਕ ਇਨਵੈਸਟ ਤਾਂ ਕਰਦੇ ਆ ਜਦੋਂ ਮਾਰਕੀਟ ਹਾਈ ਹੁੰਦੀ ਹੈ, ਸੈਲ ਤਾਂ ਕਰਦੇ ਜਦੋਂ ਮਾਰਕੀਟ ਥੱਲੇ ਹੁੰਦੀ ਹੈ। ਇਟ ਸ਼ੁੱਡ ਬੀ ਦ ਅਦਰ ਵੇ ਅਰਾਊਂਡ। ਜਿਸ ਤਰ੍ਹਾਂ ਵਾਰਨ ਬਫੇ ਕਹਿੰਦਾ ਆ ਕਿ ਪੀਪਲ ਸ਼ੁੱਡ ਬੀ ਸਕੇਅਰਡ ਵੈਨ ਅਦਰ ਪੀਪਲ ਆਰ ਗਰੀਡੀ। ਜਿਸ ਤਰ੍ਹਾਂ ਹਾਊਸਿੰਗ ਸੈਕਟਰ ਸੀ, ਗਰੀਡ ਫੈਕਟਰ ਸੀਗਾ, ਦੈਟਸ ਅ ਟਾਈਮ ਯੂ ਸ਼ੁੱਡ ਬੀ ਸਕੇਅਰਡ। ਵੈਨ ਪੀਪਲ ਆਰ ਸਕੇਅਰਡ ਯੂ ਸ਼ੁੱਡ ਬੀ ਗਰੀਡੀ। ਹੁਣ ਲੋਕੀ ਇਸ ਟਾਈਮ ਸਕੇਅਰਡ ਨਹੀਂ, ਸੋ ਯੂ ਸ਼ੁੱਡ ਬੀ ਗਰੀਡੀ। ਸੋ ਇਟ ਸ਼ੁੱਡ ਬੀ ਦ ਅਦਰ ਵੇ ਅਰਾਊਂਡ। ਔਰ ਇਹਦੇ ਅੰਦਰ ਦੂਸਰੀ ਗੱਲ, ਜਦੋਂ ਇਨਵੈਸਟਮੈਂਟ ਤੁਸੀਂ ਕਰਦੇ ਆ ਸਰ, ਮਤਲਬ ਇਹ ਕੋਈ ਸੱਟੇਬਾਜ਼ੀ ਨਹੀਂ ਹੈ। ਇਨਵੈਸਟਮੈਂਟ ਚਾਹੇ ਤੁਸੀਂ ਹਾਊਸਿੰਗ 'ਚ ਕਰਦੇ ਹੈ, ਚਾਹੇ ਤੁਸੀਂ ਸਟਾਕਸ ਕਰਦੇ ਹੈ, ਮਿਊਚੁਅਲ ਫੰਡ 'ਚ ਕਰਦੇ ਹੈ, ਆਲਵੇਜ਼ ਹੈਵ ਅ ਟਾਈਮ ਹੋਰਾਈਜ਼ਨ। 5 ਸਾਲ ਦਾ ਮਿਨੀਮਮ ਟਾਈਮ ਹੋਰਾਈਜ਼ਨ ਲੈ ਕੇ ਚੱਲੋ, ਨੰਬਰ 1। ਨੰਬਰ 2 ਕਿ ਕੈਸ਼ ਫਲੋ ਵੀ ਰੱਖੋ। ਬਈ ਸਪੋਜ਼ ਤੁਹਾਡੇ ਕੋਲ ਪੈਸੇ ਹੀ 10,000 ਸੀ, 10,000 ਲਗਾਤੇ, ਕੱਲ੍ਹ ਨੂੰ ਤੁਸੀਂ ਨਵੀਂ ਕਾਰ ਲੈਣੀ ਹੈ, ਕੋਈ ਮੈਨੂੰ ਤਾਂ ਪੈਸੇ ਲੋੜ ਹੈ, ਫਿਰ ਤੁਹਾਨੂੰ ਇਨਵੈਸਟਮੈਂਟ ਕਰਨੇ ਹੀ ਨਹੀਂ ਚਾਹੀਦੇ। That's why you should sit down with a investment advisor or financial advisor ਜਿਹੜੀ ਤੁਹਾਡੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਤੁਹਾਨੂੰ ਦੱਸੇਗਾ ਵੀ ਐਟਲੀਸਟ ਤੁਸੀਂ 3 ਮੰਥਸ ਦੇ ਐਕਸਪੈਂਸਿਸ ਜਿਹੜੇ ਇੱਕ ਪਾਸੇ ਰੱਖਣੇ ਆ। ਦੈਟਸ ਐਮਰਜੈਂਸੀ ਫੰਡ। ਹੁਣ ਕਿੰਨੇ ਕੁ ਲੋਕ ਐਮਰਜੈਂਸੀ ਫੰਡ ਰੱਖਦੇ? ਜੇ ਮੇਰੇ ਮੰਥਲੀ ਐਕਸਪੈਂਸ 5,000 ਹੈ, ਮੈਨੂੰ $15,000 ਇੱਕ ਪਾਸੇ ਰੱਖਣੇ ਚਾਹੀਦੇ ਆ। ਉਹ ਇਨਵੈਸਟਮੈਂਟ ਕਿਤੇ ਨਹੀਂ ਕਰਨੇ ਚਾਹੀਦੇ, ਕੋਈ ਕਦੀ ਵੀ ਲੋੜ ਪੈ ਸਕਦੀ ਆ। ਹਾਂ, ਉਸ ਤੋਂ ਵੱਧ ਪੈਸੇ ਹੈ, ਦੈਨ ਆਈ ਸ਼ੁੱਡ ਬੀ ਥਿੰਕਿੰਗ ਆਫ ਇਨਵੈਸਟਿੰਗ ਕਿਸੇ ਪਾਸੇ ਵੀ, ਚਾਹੇ TFSA ਹੈ, ਚਾਹੇ RSP ਹੈ, ਰੀਅਲ ਸਟੇਟ ਹੈ, ਜਾਂ ਹੋਰ ਇਨਵੈਸਟਮੈਂਟ ਵਹੀਕਲਸ ਹੈਗੇ ਨੇ, ਦੈਨ ਆਈ ਸ਼ੁੱਡ ਬੀ ਥਿੰਕਿੰਗ ਆਫ ਇਨਵੈਸਟਿੰਗ। ਸੁਰਿੰਦਰਪਾਲ ਜੀ, ਅੱਗੇ ਜਿਹੜੇ ਕੁਝ ਕੁਐਸਚਨ ਨੇ, ਇੱਕ ਸਵਾਲ ਹੈ ਕਿਸੇ ਦਾ ਵੀ, ਬੈਂਕ ਆਫ ਕੈਨੇਡਾ ਨੇ ਪਹਿਲਾਂ ਜਿਹੜਾ ਕੀ ਇੰਟਰਸਟ ਰੇਟ ਬਹੁਤ ਘਟਾਇਆ ਸੀ ਜੀ, ਅਤੇ ਉਸੇ ਟਰੈਪ 'ਚ ਫਸੇ ਫਿਰ ਬਹੁਤ ਸਾਰੇ ਜੀ, ਅਤੇ ਕੀ ਉਹ ਠੀਕ ਫੈਸਲਾ ਸੀ? At that moment, that was a right decision. Because, sir, we had gone through a pandemic. It was not interested recession ਕਰਕੇ ਨਹੀਂ ਘਟਾਇਆ, ਔਰ recession ਸੀਗਾ ਵੀ ਨਹੀਂ। ਹਾਂ, ਅਗਲੇ ਸਾਲ ਜੇ recession deep ਆਉਂਦਾ, then they can reduce the interest rate also. ਜੇ ਤੁਸੀਂ already low ਤੇ ਹੈਗੇ, ਹੋਰ ਕਿੰਨਾ ਘਟਾ ਦੋਗੇ? ਇਹ ਜਾਪਾਨ ਵਾਲੇ ਹਾਲ 'ਚ ਨਹੀਂ ਜਾਣਾ ਚਾਹੁੰਦੇ ਨਾ ਤੁਸੀਂ। ਜਾਪਾਨ 'ਚ ਤੁਹਾਨੂੰ ਪਤਾ ਵੀ ਸ਼ਮੀਲ ਜੀ, ਅੱਜ ਵੀ ਇੰਟਰਸਟ ਰੇਟ ਮੇਰੇ ਖਿਆਲ 0.25% ਹੋਣਾ। ਅਦਰਵਾਈਜ਼ they were negative interest rates. And Japan has been in deflation mode for last so many decades. So raising interest is a good decision, but reducing interest, ਜਦੋਂ pandemic ਆਇਆ ਸੀ, that was also a right decision. ਕਿਉਂਕਿ ਜਦੋਂ economic activity ਹੈ ਨਹੀਂ, ਤੁਹਾਡਾ ਬਿਜ਼ਨਸ ਬੰਦ ਪਿਆ ਆ, ਅਤੇ ਤੁਹਾਨੂੰ ਲੋਨ ਜੇ ਤੁਸੀਂ ਲਿਆ ਹੋਇਆ ਉਹਦੀ ਕਿਸ਼ਤ ਤੁਹਾਡੀ ਵੱਧ ਸੀਗੀ, ਨੈਚੁਰਲੀ ਜੇ ਉਹਨਾਂ ਨੇ ਇੰਟਰਸਟ ਘਟਾਇਆ ਤਾਂ ਤੁਹਾਡੇ 'ਤੇ ਬੋਝ ਘੱਟ ਪਿਆ। ਦੂਸਰਾ ਤੁਹਾਨੂੰ ਰੈਂਟ ਸਬਸਿਡੀ ਦਿੱਤੀ, ਤੀਸਰਾ ਕੁਝ ਹੋਰ ਇੰਪਲੋਈਜ਼ ਦੇ ਵੇਜਿਸ ਦੀ ਸਬਸਿਡੀ ਦਿੱਤੀ, ਅਤੇ ਇਸ ਤਰ੍ਹਾਂ ਦੀ ਤੁਹਾਨੂੰ ਜਿਹੜੀ ਸਹੂਲਤਾਂ ਦਿੱਤੀਆਂ ਆ ਤਾਂ ਉਹ ਚੰਗੀ ਗੱਲ ਸੀ, ਔਰ ਉਹ ਲੋੜ ਸੀਗੀ ਉਸ ਵਕਤ ਦੀ। ਅੱਗੇ ਸਰਵਪ੍ਰੀਤ ਦਾ ਸਵਾਲ ਹੈ ਕਿ ਕੀ ਇੱਕ ਫਸਟ ਟਾਈਮ ਹੋਮ ਬਾਇਰ ਘਰ ਲੈ ਪਾਏਗਾ? ਇਹ ਤਾਂ ਬੜਾ ਹੁਣ ਯੂਨੀਵਰਸਲ ਫਿਕਰ ਹੈ, ਇਹਦੇ ਬਾਰੇ ਵੀ ਤੁਸੀਂ ਕੁਝ ਕਹਿ ਸਕਦੇ ਹੋ? ਸਰ ਤੁਸੀਂ ਦੇਖੋ, ਇਟਸ ਵੈਰੀ ਹਾਰਡ। ਇਹ ਵਿਚਾਰਾ ਜਿਹੜਾ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਆ, ਲਾਈਕ ਉਸ ਟਾਈਮ ਮੈਂ ਤਾਂ ਅੱਜ ਤੋਂ 30 ਸਾਲ ਪੁਰਾਣੀ ਗੱਲ ਕਰਦਾ ਜਦੋਂ ਮੈਂ ਆਇਆ ਸੀ, ਸੋ ਆਈ ਕੇਮ ਹੇਅਰ ਵਿਦਿਨ 3 years ਆਈ ਬੌਟ ਮਾਈ ਫਸਟ ਹਾਊਸ।
ਲੇਕਿਨ ਹੁਣ ਮੈਂ ਸਮਝਦਾ ਜੇ ਮੈਂ ਅੱਜ ਆਵਾਂ ਨਵਾਂ ਇਮੀਗ੍ਰੈਂਟ, ਆਈ ਡੋਂਟ ਥਿੰਕ ਸੋ ਮੈਂ ਅਗਲੇ 10 ਸਾਲ ਵੀ ਸੋਚ ਸਕਦਾ ਹਾਂ ਘਰ ਲੈਣ ਬਾਰੇ। ਜਾਂ ਮੇਰੇ ਬੱਚੇ, ਇੱਥੋਂ ਸਾਡੇ ਜਿਹੜੇ ਬੱਚੇ ਆ ਉਹ ਬੇਸ਼ੱਕ ਯੂਨੀਵਰਸਿਟੀ ਗ੍ਰੈਜੂਏਟ ਕਰਕੇ ਨਿਕਲਣ, ਉਹ ਸੋਚ ਸਕਦੇ ਅਗਲੇ 8-10 ਸਾਲ ਅਨਲੈਸ ਪੇਰੈਂਟਸ ਉਹਦੀ ਹੈਲਪ ਕਰਨ। ਇਟਸ ਵੈਰੀ ਵੈਰੀ ਟਫ ਸਰ। ਸ਼ਮਸ ਨੇ ਇਹ ਕਹਿੰਦੇ ਨੇ ਕਿ ਰਿਸੈਸ਼ਨ 'ਚ ਸਟਾਕ ਮਾਰਕੀਟ 'ਤੇ ਕੀ ਅਸਰ ਪੈਂਦਾ? ਦੇਖੋ ਸਰ, ਰਿਸੈਸ਼ਨ 'ਤੇ ਸਟਾਕ ਮਾਰਕੀਟ ਥੱਲੇ ਜਾਂਦੀ ਹੈ। ਰਿਸੈਸ਼ਨ ਆਉਣ ਤੋਂ ਪਹਿਲਾਂ ਸਟਾਕ ਮਾਰਕੀਟ ਥੱਲੇ ਜਾਂਦੀ ਹੈ। ਸਟਾਕ ਮਾਰਕੀਟ ਹੈਜ਼ ਟੋਟਲੀ ਡਿਫਰੈਂਟ ਸਾਈਕੋਲੋਜੀ। ਇਜ਼ ਅ ਫੀਅਰ ਐਂਡ ਗਰੀਡ ਦੈਟ ਵਰਕਸ ਔਨ ਦੈਟ। ਔਰ ਇਹਦੇ ਅੰਦਰ ਬੀਅਰ ਮਾਰਕੀਟ ਹੁੰਦੀ ਹੈ ਜਾਂ ਬੁੱਲ ਮਾਰਕੀਟ ਹੈ। ਰਾਈਟ ਨਾਓ ਸਟਾਕ ਮਾਰਕੀਟ ਇਜ਼ ਇਨ ਬੀਅਰ ਮਾਰਕੀਟ। ਬੀਅਰ ਮਾਰਕੀਟ ਉਹਨੂੰ ਕਹਿੰਦੇ ਹੈ ਜੀ ਜਦੋਂ ਆਪਣੇ ਪੀਕ ਤੋਂ ਮਾਰਕੀਟ 20% ਥੱਲੇ ਚਲੀ ਜਾਂਦੀ ਹੈ। ਔਰ ਸਟਾਕ ਮਾਰਕੀਟ 'ਚ ਵੀ ਇਹੀ ਹੁੰਦਾ ਜਿਵੇਂ ਰਿਸੈਸ਼ਨ ਦੀ ਤਰ੍ਹਾਂ ਕਿ ਇਹਦੇ ਅੰਦਰ ਕਰੈਕਸ਼ਨ ਜਿਹੜੀ ਹੈ ਹੈਲਦੀ ਹੁੰਦੀ ਹੈ। ਕਰੈਕਸ਼ਨ ਉਹਨੂੰ ਕਹਿੰਦੇ ਜਦੋਂ ਮਾਰਕੀਟ ਆਪਣੇ ਇੰਡੈਕਸ ਤੋਂ 10% ਥੱਲੇ ਚਲੀ ਜਾਂਦੀ ਹੈ। ਸੋ ਵੀ ਹੈਵ ਬੀਨ ਇਨ ਅ ਬੀਅਰ ਮਾਰਕੀਟ ਫॉर ਲੌਂਗ ਟਾਈਮ। ਔਰ ਬੀਅਰ ਮਾਰਕੀਟ 'ਚ ਵੀ ਮੋਸਟਲੀ ਜਿਹੜੀ ਹੈ 7-8 ਮਹੀਨੇ 10 ਮਹੀਨੇ ਜਿਹੜੀ ਹੈ ਮੈਕਸੀਮਮ ਮਾਰਕੀਟ ਰਹਿੰਦੀ ਆ। ਬੁੱਲ ਮਾਰਕੀਟ ਜਿਹੜੀ ਆ ਉਹ 5 ਤੋਂ 6 ਸਾਲ ਰਹਿੰਦੀ ਹੈ। ਸਰਤਾਜ ਸਿੱਧੂ ਇਹ ਗੱਲ ਇਹ ਸਮਝਣਾ ਚਾਹੁੰਦੇ ਆ ਕਿ ਜਿਹੜੀਆਂ ਗੈਸ ਅਤੇ ਡੀਜ਼ਲ ਪ੍ਰਾਈਸਿਸ ਇੰਨਾ ਫਰਕ ਕਿਉਂ ਹੈ? Yeah, that is also a mystery, sir. Diesel, I don't understand. ਮੇਰੇ ਕੋਲ ਆਪ ਡੀਜ਼ਲ ਦੀ ਕਾਰ ਹੈਗੀ ਆ। ਮੈਂ ਤੇ ਡੀਜ਼ਲ ਦੀ ਕਾਰ 4 ਸਾਲ ਪਹਿਲਾਂ ਇਸੇ ਸੋਚ ਕੇ ਲਈ ਸੀ ਵੀ ਡੀਜ਼ਲ ਸਸਤਾ ਹੁੰਦਾ ਆ, ਪਰ ਮੇਰੇ ਲੈਣ ਤੋਂ ਬਾਅਦ ਡੀਜ਼ਲ ਹੀ ਗੈਸ ਨਾਲੋਂ ਵੀ ਮਹਿੰਗਾ ਹੋ ਗਿਆ। ਆਈ ਡੋਂਟ ਅੰਡਰਸਟੈਂਡ। ਆਈ ਥਿੰਕ ਦਿਸ ਸਮ ਇਹ ਜਿਹੜੇ ਸਰਕਾਰ ਦੇ ਟੈਕਸਿਸ ਨੇ ਇਹ ਉਹਨਾਂ ਦੀ ਪਾਲਿਸੀ ਹੈ ਜਾਂ ਇਹ ਜਿਹੜੇ ਡਿਸਟਰੀਬਿਊਟਰਸ ਨੇ ਉਹਨਾਂ ਦੀ ਪਾਲਿਸੀਜ਼ ਹੈਗੀਆਂ। ਆਇਲ ਕੰਪਨੀਜ਼ ਦੀ ਗੱਲ ਹੈਗੀ ਆ। ਇਟਸ ਨਥਿੰਗ ਟੂ ਡੂ। ਡੀਜ਼ਲ ਸ਼ੁੱਡ ਬੀ ਚੀਪਰ ਦੈਨ ਦੀ ਆਇਲ, ਕਿਉਂਕਿ ਉਹਨੂੰ ਰਿਫਾਈਨ ਕਰਨ 'ਚ ਉਹਦੀ ਕਾਸਟ, ਰਿਫਾਈਨਰੀ ਕਾਸਟ ਜਿਹੜੀ ਆ ਉਹਦੀ ਬਹੁਤ ਘੱਟ ਆ। ਜੇ ਤੁਸੀਂ ਵੈਰਾਈਟੀ ਆਫ ਤੁਸੀਂ ਦੇਖੋਗੇ ਆਇਲ ਦੀ ਸਭ ਤੋਂ ਹਾਈਐਸਟ ਜਿਹੜਾ ਹੈ 에ਅਰੋਨੌਟਿਕਲ ਫਿਊਲ ਹੈ ਜਿਹੜਾ ਕਿ 에ਅਰਪਲੇਨਸ ਯੂਜ਼ ਹੁੰਦਾ ਉਹ ਹਾਈਲੀ ਰਿਫਾਈਨਡ ਹੁੰਦਾ। ਉਹ ਮਹਿੰਗਾ ਹੋਣਾ ਠੀਕ ਹੈ, ਜਾਇਜ਼ ਹੈ। ਸੈਕਿੰਡ ਨੰਬਰ 'ਤੇ ਜਿਹੜਾ ਤੁਸੀਂ ਆਇਲ ਲੈਂਦੇ ਆ, ਜਿਹੜਾ ਅਸੀਂ ਗੈਸ ਯੂਜ਼ ਕਰਦੇ ਹਾਂ, ਉਹ ਹੋਣਾ ਚਾਹੀਦਾ। ਥਰਡ ਨੰਬਰ 'ਤੇ ਡੀਜ਼ਲ ਹੈ। ਫੋਰਥ ਨੰਬਰ 'ਤੇ ਇਜ਼ ਕੈਰੋਸਿਨ ਆਇਲ। ਲੇਕਿਨ ਇਹ ਦਿਸ ਇਜ਼ ਅਗੇਨ ਅ ਮਿਸਟਰੀ ਫॉर ਮੀ ਸਰ। ਦੀਪ ਹੋਰਾਂ ਨੇ ਉਸ ਗੱਲ ਨੂੰ ਤੁਹਾਡੀ ਨੂੰ ਕਨਫਰਮ ਕਰ ਰਹੇ ਨੇ ਕਿ ਹੋਮ ਡੀਪੂ ਤੇ ਅੱਜ ਕੱਲ੍ਹ ਖਾਲੀ ਮਿਲਦਾ, ਉੱਥੇ ਰੌਣਕ ਘੱਟ ਨਜ਼ਰ ਆਉਂਦੀ। ਨਹੀਂ, ਇੱਕ ਹੋਰ ਗੱਲ ਨਾ ਸਰ, ਪੈਂਡੈਮਿਕ 'ਚ ਲੋਕੀ ਵਿਹਲੇ ਘਰ ਬੈਠੇ ਸੀਗੇ ਤੇ ਉਹ ਨਾਲੇ ਪੈਸੇ ਮਿਲ ਰਹੇ ਸੀਗੇ। ਸਰਕਾਰ ਨੇ 60,000 ਦੇ ਦਿੱਤੇ। ਉਹਨੇ ਕਿਹਾ ਵੀ ਚਲੋ ਘਰ ਦੀ ਰੈਨੋਵੇਸ਼ਨ ਕਰ ਲਓ। ਅਰਸ਼ਦੀਪ ਇੱਕ ਸਲਾਹ ਮੰਗਦੇ ਨੇ, ਇਹ ਮੇਰੇ ਖਿਆਲ ਬਹੁਤ ਸਾਰਿਆਂ ਦੇ ਮਨ 'ਚ ਆ ਰਹੀ ਹੋਊਗੀ ਕਿ ਕੀ ਜਿਹੜੀ ਸਾਡੀ ਲਾਈਨ ਆਫ ਕ੍ਰੈਡਿਟ ਹੈ ਉਹਨੂੰ ਵੀ ਅਸੀਂ ਮਤਲਬ ਰਿਜ਼ਰਵ ਕੈਸ਼ ਫਲੋ ਦੇ ਤੌਰ 'ਤੇ ਰੱਖ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਮੇਰੇ ਕੋਲ ਕਹਿੰਦੇ ਪਈ ਹੈ 20,000 ਅਨਯੂਜ਼ਡ ਤੇ ਐਮਰਜੈਂਸੀ ਯੂਜ਼ ਵਾਸਤੇ। ਮੇਰੇ ਖਿਆਲ ਸਰ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਾਂ ਥੋੜਾ ਕ੍ਰੈਡਿਟ ਕਾਰਡ ਹੈ, ਦੈਟਸ ਨਾਟ ਐਨ ਐਮਰਜੈਂਸੀ ਫੰਡ। ਉਹਨੂੰ ਕਿਉਂਕਿ ਅਸੀਂ ਇੰਨੇ ਜ਼ਿਆਦਾ ਮਤਲਬ ਕਹਿ ਲਓ ਕਿ ਇਸ ਚਲ 'ਤੇ ਹੈਬਚੁਅਲ ਹੋ ਚੁੱਕੇ ਹਾਂ ਵੀ ਹੋਰ ਕਰਜ਼ੇ ਲੈ ਕੇ ਇੱਥੋਂ ਵੀ ਕਰਜ਼ਾ ਲੈ ਲਓ, ਉੱਥੋਂ ਵੀ ਕਰਜ਼ਾ ਲੈ ਲਓ। ਸੋ ਵੀ ਸ਼ੁੱਡ ਨਾਟ ਬੀ ਯੂਜ਼ਿੰਗ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਾਂ ਜਿਹੜਾ ਹੈ ਕ੍ਰੈਡਿਟ ਕਾਰਡ ਐਜ਼ ਅ ਐਮਰਜੈਂਸੀ ਫੰਡ। ਸੋ ਦੈਟਸ ਐਨ ਐਕਸਟਰੀਮ ਡਾਇਰ ਐਮਰਜੈਂਸੀ। ਕਿਉਂਕਿ ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਹੈ, ਜੇ ਫਿਰ ਅਨਸਿਕਿਓਰਡ, ਫਿਰ ਤਾਂ ਦੇਖੋ ਤੁਹਾਨੂੰ ਮੇਰੇ ਖਿਆਲ 8-10% 'ਤੇ ਤੁਹਾਨੂੰ ਕਾਸਟ ਕਰਦੀ ਹੈ। ਸੋ ਜੇ ਤੁਸੀਂ ਕਿਤੇ ਡਿਚ ਚਲੇ ਗਏ, ਕੋਈ ਪ੍ਰੋਬਲਮ ਆ ਗਈ, 10% 'ਤੇ ਲਿਆ ਹੋਰ ਜ਼ਿਆਦਾ ਪ੍ਰੋਬਲਮ ਆਊਗੀ। So always keep a cash emergency fund, put in a saving account. ਅੱਜ ਕੱਲ੍ਹ 4-4.5% ਤੁਹਾਨੂੰ ਜਿਹੜਾ ਹੈ ਸੇਵਿੰਗ ਅਕਾਊਂਟ 'ਚ ਮਿਲਦਾ ਆ। Keep that money aside, ਜਿਹੜੀ ਕਿ ਤੁਸੀਂ ਕਦੇ ਵੀ ਯੂਜ਼ ਕਰ ਸਕਦੇ ਹੋ। ਇੱਕ ਇਸ਼ਮੀਤ ਸਿੰਘ ਕੋਹਲੀ ਹੋਰੀ ਪੁੱਛ ਰਹੇ ਨੇ ਕਿ ਕ੍ਰਿਪਟੋ ਮਾਰਕੀਟ ਬਾਰੇ ਤੁਸੀਂ ਕੀ ਸੋਚਦੇ ਹੋ? That's ਕ੍ਰਿਪਟੋ ਕਰੰਸੀਜ਼ ਜਿਹੜੀਆਂ ਬਲੌਕਚੇਨ ਹੈ, ਇਹ ਇਸ ਜੇ ਪਿਛਲੇ ਸਾਲ ਅਕਤੂਬਰ ਦੇਖੋ, ਈਵਨ ਬਿਟਕੋਇਨ ਆਈ ਥਿੰਕ ਵਾਸ $66,000, ਨਾਓ ਇਟਸ $20,000। ਇਹਦੇ ਬਾਰੇ ਸਰ ਇਟਸ ਟੂ अर्ਲੀ, ਇਟਸ ਟੂ ਇਮੈਚੁਰ ਟੂ ਟਾਕ ਅਬਾਊਟ ਦਿਸ ਥਿੰਗ। ਇਟਸ ਇਟਸ ਕਰੰਸੀ ਹੈਗੀ ਆ, ਲੇਕਿਨ ਇਟਸ ਵਰਚੁਅਲ ਕਰੰਸੀ। ਅਤੇ ਜੇ ਰੀਅਲ ਕਰੰਸੀ ਦਾ ਇਹ ਹਾਲ ਹੈ, ਰੀਅਲ ਮਾਰਕੀਟ ਦਾ ਇਹ ਹਾਲ ਹੈ, ਅਤੇ ਵਰਚੁਅਲਿਟੀ ਦਾ ਕੀ ਹਾਲ ਹੋਊਗਾ? So it's too mature. I'm not too keen. ਔਰ ਮੈਂ ਇਹਦੇ 'ਚ ਕੋਈ ਜੇ ਤਾਂ ਕਿਸੇ ਨੇ ਆਪਣੀ ਇਲੀਗਲ ਮਨੀ ਪਾਰਕ ਕੀਤੀ ਉਹਦੇ ਨਾਲ ਚੱਲ ਰਿਹਾ ਫਿਰ ਤੇ illegal money ਵੀ ਸਰ the governments will tighten the screws on this thing. ਕਿਹੜੀ ਸਰਕਾਰ ਚਾਹੇਗੀ ਵੀ ਕੋਈ ਇਲੀਗਲ ਮਨੀ ਹੋਏ? ਇਲੀਗਲ ਮਨੀ ਹੀ ਤੇ ਤੁਹਾਡੀ ਇਹ ਘਾਤ ਲਾਉਂਦੀ ਆ ਇਕੋਨਮੀ ਨੂੰ। ਕੋਈ ਵੀ ਕੰਟਰੀ ਨਹੀਂ ਚਾਹੇਗਾ, ਨੰਬਰ 1। ਨੰਬਰ 2,
ਕੋਈ ਇਸ ਟਾਈਮ ਟਰਾਂਸਪੇਰੈਂਸੀ ਦੀ ਕੋਈ ਕਮੀ ਨਹੀਂ ਹੈਗੀ ਹੈ ਬਈ ਤੁਸੀਂ ਇਹ ਕਹੋ ਵੀ ਗਵਰਨਮੈਂਟ ਆਫ ਕੈਨੇਡਾ ਦੱਸ ਨਹੀਂ ਰਹੀ ਵੀ ਇੱਥੇ ਇਹਨਾਂ ਕੋਲ ਡੈਟ ਕਿੰਨੀ ਹੈ ਔਰ ਅਨਐਮਪਲੋਇਮੈਂਟ ਰੇਟ ਕਿੰਨਾ ਹੈ ਔਰ ਇਹ ਇਟਸ ਟੋਟਲੀ ਟਰਾਂਸਪੇਰੈਂਟ ਸੋ आई डोंट थिंक सो क्रिप्टो करेंसी एक अपनी अलग ही मार्केट है और बहुत छोटी जी मार्केट है और इट्स टू अर्ली ਲੈਟ ਇਟ ਮਤਲਬ ਇੱਕ ਥੋੜ੍ਹਾ ਟਾਈਮ ਲੱਗਣ ਦਿਓ ਉਹ ਜਿਸ ਤਰ੍ਹਾਂ ਆਪਣੇ ਇੱਥੇ ਤੁਹਾਨੂੰ ਪਤਾ ਜਿਹੜੇ ਹੁਣ ਨਵੇਂ ਬਣੇ ਆ PC ਪਾਰਟੀ ਦੇ ਚੀਫ ਹੀ ਵਾਜ਼ ਆਲਸੋ ਬਿਗ ਐਡਵੋਕੇਟ ਆਫ ਕ੍ਰਿਪਟੋ ਕਰੰਸੀ ਲਾਸਟ ਈਅਰ ਲੇਕਿਨ ਇਟ ਬੈਕਫਾਇਰਡ ਔਨ ਹਿਮ ਸੋ ਇਹਦੇ 'ਚ ਕੋਈ ਹਲੇ ਲੋੜ ਨਹੀਂ ਹੈਗੀ ਸਰ। ਤੇ ਆਖਰ ਦੇ 'ਚ ਕਿਉਂਕਿ ਆਪਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਸੀਗਾ ਕਿ ਇਹਦੇ 'ਚ ਕੋਈ ਪੈਨਿਕ ਵੀ ਹੋਣ ਦੀ ਲੋੜ ਨਹੀਂ ਹੈ ਨੋ ਪਰ ਲੋੜੋਂ ਵੱਧ ਜਿਹੜਾ ਐਂਥੂਜ਼ੀਆਜ਼ਮ ਹੈ ਜਿਵੇਂ ਪਹਿਲੇ ਪਿਛਲੇ 2 ਸਾਲਾਂ 'ਚ ਰਿਹਾ ਉੱਦਾਂ ਉਹ ਵੀ ਨੁਕਸਾਨ ਕਰਦਾ ਤਾਂ ਫਿਰ ਵਿੱਚ ਵਿਚਾਲੇ ਬੰਦਾ ਕਿੱਥੇ ਖੜਾ ਹੋਏ ਇਹਨੂੰ ਸਮਝ ਨਹੀਂ ਆਉਂਦੀ। ਨਹੀਂ ਡੋਂਟ ਹੈਵ ਟੂ ਬੀ ਡਿਪਰੈਸਡ ਡੋਂਟ ਹੈਵ ਟੂ ਥਿੰਕ ਸੋ ਨੈਗੇਟਿਵ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੀ ਅੱਛੀ ਗੱਲ ਇਹ ਹੈ ਸ਼ਮੀਲ ਜੀ ਕਿ ਇਹ ਜਿਹੜਾ ਹੁਣ ਟਾਈਟਨਿੰਗ ਇੰਟਰਸਟ ਰੇਟ ਹੈ ਇੰਟਰਸਟ ਵਧਾਉਣ ਵਾਲੀ ਗੱਲ ਹੈ ਵੀ ਆਰ ਕਲੋਜ਼ ਟੂ ਦੀ ਐਂਡ ਨੰਬਰ 1 ਨੰਬਰ 2 ਕਿ ਇਹ ਦੇ ਸਿੱਟੇ ਜਿਹੜੇ ਹੈ ਇਹਦੇ ਅਸਰ ਹੈ ਉਹ ਨਜ਼ਰ ਆਉਣੇ ਸ਼ੁਰੂ ਹੋ ਗਏ ਆ। ਲਾਸਟ ਮੰਥ ਇਨਫਲੇਸ਼ਨ ਵਾਜ਼ 6.9% ਔਰ ਖੁਦ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਇਸ ਵਾਰੀ ਸਟੇਟਮੈਂਟ ਸੀ ਕੱਲ੍ਹ ਉਹਨਾਂ ਦਾ ਕਹਿਣਾ ਸੀਗਾ ਵੀ ਨੈਕਸਟ ਈਅਰ ਦਸੰਬਰ ਤੱਕ 3% ਹੋ ਜੂਗੀ ਔਰ ਹੋ ਸਕਦਾ ਹੋ ਜੂਗੀ 3% ਔਰ 2024 if it's a 2% then we're back into the our own targets। ਸੋ ਮਤਲਬ ਇਹਦਾ ਇੱਕ ਨਤੀਜਾ ਤਾਂ ਅਸੀਂ ਜ਼ਰੂਰ ਕੱਢ ਸਕਦੇ ਹਾਂ ਸਾਰੀ ਡਿਸਕਸ਼ਨ ਦਾ ਕਿ ਜਿਹੜਾ 23 ਹੈ ਥੋੜਾ ਉਹ ਟਾਈਟ ਰਹੇਗਾ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਤੇ 23 ਦੇ ਵਿੱਚ ਇਹ ਵੀ ਨਹੀਂ ਹੈ ਕਿ ਬਿਲਕੁਲ ਮਾਯੂਸ ਹੋ ਜਾਓ ਤੇ ਸਾਰੀ ਐਕਟੀਵਿਟੀ ਬੰਦ ਕਰ ਦਿਓ ਪਰ ਇਹ ਹੈ ਕਿ ਥੋੜਾ ਜਿਹਾ ਜਿਵੇਂ ਸੁਚੇਤ ਹੋ ਸੰਭਲ ਕੇ ਚੱਲਣਾ ਚਾਹੀਦਾ ਹੈ ਜੀ ਔਰ ਆਪਣੇ ਜਿਹੜੇ ਤੁਹਾਡੇ ਡੈਟਸ ਹੈਗੇ ਨੇ ਜਿਹੜੇ ਕਿ ਹਾਈ ਇੰਟਰਸਟਡ ਡੈਟਸ ਨੇ ਉਹ ਛੇਤੀ ਪੇ ਆਫ ਕਰੋ ਨੰਬਰ 1 ਨੰਬਰ 2 ਔਰ ਜਿਹੜੀ ਤੁਸੀਂ ਲਗਜ਼ਰੀ ਗੁੱਡਸ ਆਈਟਮਸ ਹੈ ਅਨਲੈਸ ਯੂ ਕੈਨ ਅਫੋਰਡ ਇਟ ਡੋਂਟ ਬਾਏ ਐਜ਼ ਆਫ ਨਾਓ ਓਵਰ ਐਕਸਪੈਂਸ਼ਨ ਨਾ ਕਰੋ ਔਰ ਆਪਣੀ ਚਾਦਰ ਦੇਖ ਕੇ ਜਿਵੇਂ ਕਹਿ ਸਕਦੇ ਹਾਂ ਹਮੇਸ਼ਾ ਸਰ ਇਹ ਨਹੀਂ ਕਿ ਓਨਲੀ ਇਨ 2023 every year always stay within your means and have a financial plan have a planning ਦੇਖੋ ਕੋਈ ਵੀ ਪਲੈਨਿੰਗ ਹੈ ਸ਼ਮੀਲ ਜੀ ਉਹਦਾ ਐਂਟਰੀ ਔਰ ਐਗਜ਼ਿਟ ਵੀ ਸੋਚ ਕੇ ਚੱਲੋ ਇਹ ਇਕੱਲਾ ਐਂਟਰੀ ਹੀ ਹੈ ਵੀ ਖੁਦ ਜੋ ਦੇਖੀ ਜਾਏਗੀ ਬਾਬਾ ਜੇਲ੍ਹ ਮੇਂ ਜਾਂ ਰੇਲ ਮੇਂ ਬਈ ਇੱਦਾਂ ਨਹੀਂ ਹੁੰਦਾ ਤੁਸੀਂ ਕੋਈ ਵੀ ਚੀਜ਼ ਹੈ ਕੋਈ ਵੀ ਬਿਜ਼ਨਸ ਵੀ ਹੈ ਉਹ ਵੀ ਪਲੈਨਿੰਗ ਨਾਲ ਚੱਲਦਾ ਹੈ ਸਰ ਇਸ ਤਰ੍ਹਾਂ ਹੀ ਤੁਸੀਂ ਆਪਣੀ ਇਨਵੈਸਟਮੈਂਟ ਪਲੈਨਿੰਗ ਹੈ ਫਾਈਨੈਂਸ਼ੀਅਲ ਪਲੈਨਿੰਗ ਹੈ ਇਹ ਤੁਸੀਂ ਸੋਚ ਕੇ ਚੱਲੋ ਵੀ ਮੈਂ ਯਾਰ ਅੱਜ ਤੁਸੀਂ ਘਰ ਲੈ ਜੇ ਸੋਚਿਆ ਵੀ ਮੈਂ ਘਰ ਲੈਣਾ ਆ ਤੇ ਸੋਚ ਕੇ ਚੱਲੋ ਵੀ ਮੈਂ ਅਗਲੇ 5-7 ਸਾਲ 10 ਸਾਲ ਵੇਚਣਾ ਨਹੀਂ ਹੈਗਾ ਇਹ ਨਹੀਂ ਹੈਗਾ ਜਿਸ ਤਰ੍ਹਾਂ ਫਲਿੱਪਰਸ ਆਏ ਹੋਏ ਸੀ ਪਿਛਲੇ 2 ਸਾਲ 'ਚ ਤਾਂ ਹਰ ਕੋਈ ਬੰਦਾ ਹੀ ਫਲਿੱਪਰ ਬਣਿਆ ਹੋਇਆ ਸੀ ਰੈਨੋਵੇਟਰ ਬਣਿਆ ਹੋਇਆ ਸੀ ਰੀਅਲ ਸਟੇਟ ਏਜੰਟ ਕਿੰਨੇ ਆ ਗਏ ਸੀ ਪਿਛਲੇ 1.5-2 ਸਾਲ ਦੇ ਅੰਦਰ ਨਾਓ ਦੋਜ਼ ਓਨਲੀ ਹੂ ਆਰ ਪ੍ਰੋਫੈਸ਼ਨਲ ਦੇ ਵਿਲ ਸਟੇ ਇਨ ਦ ਫੀਲਡ ਸਰ। ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ।